ਹਰ ਦਾਣੇ ਦੇ ਵਿੱਚ ਜੀਵ ਹੈ, ਪਰ ਜਿਹਨੂੰ ਨਵੀਂ ਮਿਲ ਜਾਂਦੀ ਹੈ, ਪਾਣੀ ਲੱਗ ਜਾਂਦਾ ਹੈ, ਉਹ ਪੁੰਗਰਿਆ ਆਉਂਦਾ। ਪਰ ਸਾਨੂੰ ਸਿੱਖਣਾ ਪਊਗਾ ਵੀ ਸਾਡਾ ਵਾਤਾਵਰਨ ਕਿਹੜੀਆਂ ਗੱਲਾਂ ਵਿੱਚ ਸਾਡੀ ਕਮੀ ਕਿੱਥੇ ਹੈ, ਆਪਣੇ ਆਪ ਦੀ ਕਮੀ ਨੂੰ ਲੱਭਣਾ ਪਊਗਾ। ਖੇਤੀ ਕਹਿੰਦੇ ਕਿਹਨੂੰ ਹੈ, ਖੇਤੀ ਹੁੰਦੀ ਕਿਵੇਂ ਆ, ਫਿਰ ਉਹਨੂੰ ਚੀਜ਼ ਨੂੰ ਉੱਥੋਂ ਸਿੱਖ ਕੇ ਆ ਕੇ ਉਰੇ ਸ਼ੁਰੂ ਕੀਤਾ। ਆਪਣੇ ਵੈਦਰ ਦੇ ਵਿੱਚ ਇੰਨਾ ਦਮ ਸੀ ਕਿ ਉਹਨੇ ਸਾਨੂੰ ਵੈਦਰ ਨੇ ਹੀ ਨਾਲ ਦੀ ਨਾਲ ਸਾਨੂੰ ਚੱਕ ਲਿਆ। ਅਸੀਂ 1-2 ਸਾਲ ਦੇ ਵਿੱਚ ਕਹਿੰਦੇ ਹਾਂ ਸਾਨੂੰ ਮਾਸਟਰ ਨਹੀਂ ਬਣੇ, ਅਸੀਂ ਛੱਡੋ ਇਹਨੂੰ, ਤੁਹਾਨੂੰ ਘੁਲਣਾ ਪਊਗਾ ਕਿਸੇ ਚੀਜ਼ ਦੇ ਵਿੱਚ ਰਹਿ ਕੇ, ਉਹਤੇ ਐਕਸਪੈਰੀਮੈਂਟ ਕਰਨੇ ਪੈਣਗੇ ਵੀ ਅਸੀਂ ਜਿਹੜੇ ਸੀਡ ਹੈ ਉਹ 'ਤੇ ਕਦੇ ਵੀ ਹੱਥ ਪਿੱਛੇ ਨਾ ਖਿੱਚੀਏ, ਚਾਹੇ ਮਹਿੰਗਾ। ਹੁਣ ਜੇ ਸਾਡੇ ਸਪਰੇਅ ਪੰਪ ਨੇ ਉਹ ਇਟਲੀ ਤੋਂ ਆਉਂਦੇ ਆ, ਗੰਨਾ ਸਾਡੀਆਂ ਇਟਾਲੀਅਨ ਨੇ। ਅਸੀਂ ਵਰਲਡ ਦੀ ਖੇਤੀ 'ਚ ਕਿਹੜੀ ਚੀਜ਼ ਦੀ ਲੋੜ ਆ ਉਹਨੂੰ ਇੱਕ ਛੱਤ 'ਤੇ ਇਕੱਠਾ ਕੀਤਾ। ਜਿਹੜੀ ਕਲਰ ਕੈਪਸੀਕਮ ਆ ਇਹ ਪੋਲੀਓਸ ਦੇ ਅੰਦਰ ਹੀ ਹੋ ਸਕਦੀ ਹੈ, ਬਾਹਰ ਨਹੀਂ ਹੁੰਦੀ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਅੰਨਦਾਤਾ। ਤੇ ਅੱਜ ਮੈਂ ਹੋਇਆ ਪਿੰਡ ਮੁਸ਼ਕਾਬਾਦ, ਜੋ ਤਹਿਸੀਲ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਹੈ। ਇੱਥੋਂ ਦੇ ਕਿਸਾਨ ਸਰਦਾਰ ਦਵਿੰਦਰ ਸਿੰਘ ਤਕਰੀਬਨ 1992-93 ਤੋਂ ਲਗਾਤਾਰ ਅਗਾਂਹ ਵਧੂ ਖੇਤੀ ਨਾਲ ਜੁੜੇ ਹੋਏ ਨੇ। ਤਕਰੀਬਨ 5.5 ਏਕੜ ਦੇ ਵਿੱਚ ਉਹਨਾਂ ਦਾ ਪੋਲੀ ਹਾਊਸ ਹੈ, ਜਿਸ ਵਿੱਚ ਉਹ ਸ਼ਿਮਲਾ ਮਿਰਚ ਖਾਸ ਤੌਰ 'ਤੇ ਉਗਾਉਂਦੇ ਨੇ। ਇਸ ਤੋਂ ਬਿਨਾਂ ਹੋਰ ਸਬਜ਼ੀਆਂ ਵੀ ਉਗਾਉਂਦੇ ਨੇ। ਤੇ ਉਹਨਾਂ ਦਾ ਖੇਤੀ ਕਰਨ ਦਾ ਤਰੀਕਾ ਹੋਰਾਂ ਕਿਸਾਨਾਂ ਨਾਲੋਂ ਹਟ ਕੇ ਆ। ਤੇ ਸਬਜ਼ੀਆਂ ਦਾ ਉਹ ਕਹਿ ਦਈਏ ਐਕਸਪੋਰਟ ਵੀ ਕਰਦੇ ਨੇ। ਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਮੇਰੇ ਬੋਰਡ ਲੱਗਿਆ ਹੋਇਆ ਫਾਰਮਰ ਐਗਰੀਮਾਰਟ ਰਿਸਰਚ ਐਂਡ ਟ੍ਰੇਨਿੰਗ ਸੈਂਟਰ। ਸੋ ਵੱਖ-ਵੱਖ ਵਿਦਿਆਰਥੀ ਜਿਹੜੇ ਕਾਲਜ ਨੇ, ਯੂਨੀਵਰਸਿਟੀਆਂ ਤੋਂ ਇੱਥੇ ਆਉਂਦੇ ਨੇ, ਟ੍ਰੇਨਿੰਗ ਦੇ ਲਈ ਆਉਂਦੇ ਨੇ, ਦੇਖਣ ਲਈ ਆਉਂਦੇ ਨੇ ਕਿ ਇੱਥੇ ਕਿਸ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ। ਸੋ ਕਾਫੀ ਲੰਬਾ ਉਹਨਾਂ ਦਾ ਤਜਰਬਾ, ਤੇ ਕੋਸ਼ਿਸ਼ ਕਰਾਂਗੇ ਕਿ ਇੱਕ ਪ੍ਰੋਗਰਾਮ ਦੇ ਵਿੱਚ, ਇੱਕ ਐਪੀਸੋਡ ਦੇ ਵਿੱਚ ਇਹ ਸਾਰੀ ਜਾਣਕਾਰੀ ਦੀ ਸਾਂਝ ਤੁਹਾਡੇ ਨਾਲ ਪਾ ਸਕੀਏ। ਸੋ ਗੱਲਬਾਤ ਕਰਦੇ ਹਾਂ ਦਵਿੰਦਰ ਜੀ ਨਾਲ, ਉਹਨਾਂ ਦੇ ਫਾਰਮ ਤੇ ਉਹਨਾਂ ਨਾਲ ਕਰਦੇ ਮੁਲਾਕਾਤ। ਆ ਚੱਲੀਏ। ਤੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਸਰਦਾਰ ਦਵਿੰਦਰ ਜੀ। ਦਵਿੰਦਰ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਅੰਨਦਾਤਾ ਵਿੱਚ ਜੀ। ਧੰਨਵਾਦ ਕਰਨਵੀਰ ਜੀ, ਤੁਹਾਡਾ ਤੇ ਤੁਹਾਡੀ ਟੀਮ ਦਾ। ਤੇ ਜਿਵੇਂ ਗੱਲ ਕਰੀ, ਕਾਫੀ ਲੰਮੇ ਅਰਸੇ ਤੋਂ ਤੁਸੀਂ ਸਬਜ਼ੀਆਂ ਵਾਲੀ ਖੇਤੀਬਾੜੀ ਨਾਲ ਜੁੜੇ ਹੋਏ ਹੋ ਤੇ ਕਾਫੀ ਲੰਬਾ ਤਜਰਬਾ ਹੈ। 1993 ਕਹਿੰਦੀ 93 92 94 ਦੀ ਗੱਲ ਹੈ ਜਦੋਂ ਤੁਸੀਂ ਇਸ ਪਾਸੇ ਨੂੰ ਆਏ ਹੋ। ਤੇ ਹੁਣ ਪੋਲੀ ਹਾਊਸ ਲੱਗੇ ਹੋਏ ਨੇ ਤੇ ਤੜਾਈ ਇੱਧਰ ਚੱਲ ਰਹੀ ਹੈ। ਤੇ ਉਹ ਓਵਰਆਲ ਤੁਸੀਂ ਜਿਹੜਾ ਆ ਕੈਪਸੀਕਮ ਸ਼ਿਮਲਾ ਮਿਰਚ ਦੀ ਹੁਣ ਕਰ ਰਹੇ ਹੋ। ਤੇ ਗੱਲਬਾਤ ਆਪਾਂ ਸਾਰੀ ਕਰਾਂਗੇ ਵੀ ਕਿਵੇਂ ਸਫ਼ਰ ਰਿਹਾ ਤੁਹਾਡਾ, ਇੰਨਾ ਲੰਬਾ ਜਿਹੜਾ ਸਫ਼ਰ ਸੀ ਖੇਤੀਬਾੜੀ ਨਾਲ। ਤੇ ਮਾੜਾ ਚੰਨ ਪਾਓ ਵੀ ਕਦ ਤੋਂ ਇਸ ਪਾਸੇ ਨੂੰ ਜੁੜੇ ਤੇ ਕਿਵੇਂ ਤੋਂ ਹੁਣ ਤੱਕ, ਥੋੜ੍ਹੇ ਸ਼ਬਦਾਂ ਦੇ ਵਿੱਚ ਕਿਵੇਂ ਦਾ ਰਿਹਾ ਸਫ਼ਰ? ਕਰਨਵੀਰ ਜੀ, ਤੁਹਾਡਾ ਤੇ ਵਿਜ਼ਨ ਪੰਜਾਬ ਟੀਵੀ ਦਾ ਮੈਂ ਧੰਨਵਾਦ ਕਰਦਾ, ਜਿਹੜੇ ਕਿ ਤੁਸੀਂ ਟਾਈਮ ਕੱਢ ਕੇ ਸਾਡੇ ਫਾਰਮ 'ਤੇ ਆਇਓ। ਕਰਨਵੀਰ, ਜਿਵੇਂ ਕਿ ਬਾਬੇ ਨਾਨਕ ਨੇ ਕਿਹਾ, ਜਿੱਤੇ ਆਣੇ ਅੰਨ ਕੇ ਜੀਆਂ ਆਵਾਜ਼ ਨਾ ਕੋਏ, ਪਹਿਲਾ ਪਾਣੀ ਜੀਵਾ ਜਿੱਤ ਹਰਿਆ ਸਭ ਕੋਏ। ਹਰ ਦਾਣੇ ਦੇ ਵਿੱਚ ਜੀਵ ਹੈ, ਪਰ ਜਿਹਨੂੰ ਨਵੀਂ ਮਿਲ ਜਾਂਦੀ ਹੈ, ਪਾਣੀ ਲੱਗ ਜਾਂਦਾ ਹੈ, ਉਹ ਪੁੰਗਰਿਆ ਆਉਂਦਾ। ਉਹ ਤਾਂ ਕਰਕੇ ਬਾਬੇ ਨਾਨਕ ਨੇ ਪਾਣੀ ਨੂੰ ਪਹਿਲ ਦਿੱਤੀ ਆ। ਅਸੀਂ ਇੱਕ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮਾਛੀਵਾੜੇ ਦੇ ਲਾਗੇ ਸਾਡਾ ਪਿੰਡ ਮੁਸ਼ਕਾਬਾਦ ਆ, ਇੱਥੇ ਖੜ੍ਹੇ ਹਾਂ। ਪਹਿਲਾਂ ਇੱਥੇ ਰੇਗਿਸਤਾਨ ਸੀ, ਮੂੰਗਫਲੀ ਦੀ ਖੇਤੀ ਹੁੰਦੀ ਸੀ ਬਹੁਤ ਜ਼ਿਆਦਾ, ਕਿ ਮੰਨ ਲਓ ਵੀ ਇੱਥੋਂ ਤੱਕ ਵੀ ਪਾਣੀ ਵੀ ਪੀਣ ਨੂੰ ਪਿੰਡੋਂ ਲਿਆਉਣਾ ਪੈਂਦਾ ਸੀ। ਕੁਦਰਤ ਨੇ ਕਰਵਟ ਲਈ, ਲੋਕਾਂ ਨੇ ਮਿਹਨਤ ਕੀਤੀ, ਬਹੁਤ ਸਾਡੇ ਇਲਾਕੇ ਦੇ ਲੋਕਾਂ ਨੇ ਮਿਹਨਤ ਕੀਤੀ। ਇਸ ਧਰਤੀ ਨੂੰ, ਸਾਰੇ ਰੇਤੇ ਨੂੰ ਇਕੱਠਾ ਕਰਕੇ ਟਿੱਬੇ ਲਾਏ, ਉਹਨੂੰ ਚੁਕਾਇਆ, ਫਿਰ ਥੱਲਿਓਂ ਧਰਤੀ ਕੱਢ ਕੇ ਇੱਥੇ ਖੇਤੀ ਕਰਨੀ ਸ਼ੁਰੂ ਕੀਤੀ, ਜਿਹਦੇ ਵਿੱਚ ਇੱਕ ਸਾਡੇ ਮਤਲਬ ਜੇ ਮੰਨਾਂ ਵੀ ਇੱਕ ਬੰਦਿਆਂ ਦੀ ਜ਼ਿੰਦਗੀ ਲੱਗ ਗਈ ਇਹਨੂੰ ਚੇਂਜ ਕਰਨ ਦੇ ਵਿੱਚ। ਪਰ ਜਿਹੜਾ ਇੱਥੇ ਦਾ ਵਾਤਾਵਰਨ ਆ, ਇਹ ਵਰਲਡ ਨਾਲੋਂ ਅਮੀਰ ਵਾਤਾਵਰਨ ਹੈ। ਸਾਡਾ ਪਾਣੀ ਉਹ ਦੁਨੀਆ ਨਾਲੋਂ ਪਵਿੱਤਰ ਹੈ। ਵਾਤਾਵਰਨ ਬਹੁਤ ਵਧੀਆ ਹੈ, ਜਿਹਦੇ ਵਿੱਚ ਤੁਸੀਂ ਜੋ ਤੁਹਾਡੇ ਦਿਮਾਗ 'ਚ ਉਦੋਂ 10 ਟਾਈਮ ਜ਼ਿਆਦਾ ਕੁਛ ਚੀਜ਼ ਕੱਢਣ ਦੀ ਸਮਰੱਥਾ ਇਹਦੇ ਵਿੱਚ। ਪਰ ਸਾਨੂੰ ਸਿੱਖਣਾ ਪਊਗਾ ਵੀ ਸਾਡਾ ਵਾਤਾਵਰਨ ਕਿਹੜੀਆਂ ਗੱਲਾਂ ਵਿੱਚ ਸਾਡੀ ਕਮੀ ਕਿੱਥੇ ਹੈ, ਆਪਣੇ ਆਪ ਦੀ ਕਮੀ ਨੂੰ ਲੱਭਣਾ ਪਊਗਾ। ਜਦੋਂ ਅਸੀਂ ਉਸ ਨੂੰ ਕਵਰ ਕਰ ਲਿਆ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਇਹ ਇੱਕ ਇਹੋ ਜਿਹਾ ਖੇਤਰ ਹੈ ਵੀ ਜਿਹਦੇ ਵਿੱਚ ਤੁਸੀਂ ਜੋ ਸੋਚਦੇ ਹੋ ਉਹ ਕਰ ਸਕਦੇ ਹੋ। ਤੇ 92 ਤੇ ਤੁਸੀਂ ਸ਼ੁਰੂ ਕੀਤਾ, 93 94 ਦੀ ਗੱਲ ਆ। ਤੇ ਉਹ ਤੋਂ ਬਾਅਦ ਸ਼ੁਰੂਆਤੀ ਦੌਰ ਦੇ ਵਿੱਚ ਫਿਰ ਸਬਜ਼ੀ ਨੂੰ ਹੀ ਕਿਉਂ ਚੁਣਿਆ? ਕਿਉਂਕਿ ਉਦੋਂ ਸੀਗਾ ਰਵਾਇਤੀ ਕਹਿੰਦੇ ਕਣਕ ਝੋਨੇ ਵਾਲਾ ਚੱਲ ਰਿਹਾ ਸੀ ਦੌਰ ਉਦੋਂ, ਤਾਂ ਫਿਰ ਸਬਜ਼ੀਆਂ ਵਾਲੇ ਪਾਸੇ ਨੂੰ ਕਰਨਵੀਰ, ਸ਼ੁਰੂਆਤ ਦੇ ਵਿੱਚ ਮੰਨ ਲਓ ਉਨੀ ਜ਼ਮੀਨ ਦੀ
ਨਹੀਂ ਸੀਗੀ ਤੇ ਸੋਚਾਂ ਥੋੜ੍ਹੀਆਂ ਵੱਡੀਆਂ ਸੀਗੀਆਂ। ਫਿਰ ਸੋਚਿਆ ਵੀ ਥੋੜ੍ਹੀ ਜਗ੍ਹਾ ਤੋਂ ਵੱਧ ਇਨਕਮ ਕਿਵੇਂ ਹੋਊ। ਫਿਰ ਉਹਨੂੰ ਸਬਜ਼ੀ ਨੂੰ ਚੁਣਿਆ। ਸਟਾਰਟਿੰਗ ਲਈ ਅੱਧਾ ਏਕੜ ਲਾਇਆ ਤੇ ਉਹਨੂੰ ਚੰਡੀਗੜ੍ਹ ਮੰਡੀ ਸੇਲ ਕੀਤਾ। ਲੱਗਿਆ ਵੀ ਇਹਦੇ 'ਚ ਕੁਝ ਵੱਡਾ ਕਰ ਸਕਦੇ ਹਾਂ। ਵੱਡਾ ਕਰਦੇ ਕਰਦੇ ਯੂਨੀਵਰਸਿਟੀ ਜਾਣਾ ਸਟਾਰਟ ਕੀਤਾ। ਉੱਥੇ ਦੇ ਬਰੀਡਰਸ ਨਾਲ, ਉੱਥੇ ਦੇ ਸਾਇੰਟਿਸਟ ਨਾਲ। ਯੂਨੀਵਰਸਿਟੀ ਨੇ ਸਾਨੂੰ ਬਹੁਤ ਕੁਝ ਦਿੱਤਾ। ਜੇ ਮੈਂ ਅੱਜ ਕਹਾਂ ਜੇ ਅਸੀਂ ਬਦਲੇ ਹਾਂ ਤਾਂ ਸਭ ਤੋਂ ਪਹਿਲਾਂ ਯੂਨੀਵਰਸਿਟੀ ਦਾ ਬਹੁਤ ਵੱਡਾ ਰੋਲ ਆ। ਉਹਨਾਂ ਦੇ ਸਾਇੰਟਿਸਟ ਦਾ ਤੇ ਜਿਨ੍ਹਾਂ ਦਾ ਇੱਥੇ ਆਉਣਾ ਤੇ ਸਾਡਾ ਉੱਥੇ ਜਾਣਾ, ਇੱਕ ਸਾਡਾ ਸੰਬੰਧ ਬਣ ਗਿਆ ਜਿਹਦੇ ਨਾਲ ਸਾਨੂੰ ਉਹ ਬੇਸ਼ੱਕ ਮੁੱਢਲੇ ਤੌਰ ਦੇ ਉੱਤੇ ਬਹੁਤ ਬਰੀਕੀ ਨਾਲ ਉਹਨੇ ਸਾਨੂੰ ਸਮਝਾਇਆ ਵੀ ਕਿਹੜੀਆਂ ਬਿਮਾਰੀਆਂ ਨੇ ਆਪਣੇ ਵਾਤਾਵਰਨ ਦੇ ਵਿੱਚ, ਕਦੋਂ ਆਉਂਦੀਆਂ ਨੇ, ਉਹਨਾਂ ਦਾ ਪਹਿਲ ਦੇ ਆਧਾਰ 'ਤੇ ਕਿਵੇਂ ਹੱਲ ਕੀਤਾ ਜਾ ਸਕਦਾ। ਉਹਨਾਂ ਚੀਜ਼ਾਂ ਨੂੰ ਸਿੱਖਦੇ ਅਸੀਂ ਅੱਗੇ ਤੁਰਦੇ ਗਏ। ਯੂਨੀਵਰਸਿਟੀ ਵੱਲੋਂ ਮਾਨ ਸਨਮਾਨ ਹੋਣ ਨਾਲ ਹੋਰ ਦਾਇਰਾ ਵੱਧ ਗਿਆ। ਦਾਇਰਾ ਨੈਸ਼ਨਲ ਬਣਦਾ ਇੰਟਰਨੈਸ਼ਨਲ ਬਣ ਗਿਆ। ਬਾਹਰ ਜਾਣ ਦਾ ਮੌਕਾ ਮਿਲ ਗਿਆ। ਫਿਰ ਇੱਕ ਚਿੰਗ ਲੱਗ ਗਈ ਵੀ ਇਹਨੂੰ ਕਿਸੇ ਮੁਕਾਮ 'ਤੇ ਲੈ ਕੇ ਜਾਣਾ। ਉਹਦੇ ਲਈ ਅਸੀਂ ਬਾਹਰ ਗਏ। ਉੱਥੇ ਜਾ ਕੇ ਵੇਖਿਆ ਵੀ ਦੁਨੀਆਦਾਰੀ, ਲੋਕ ਖੇਤੀ ਕਹਿੰਦੇ ਕਿਹਨੂੰ ਹੈ, ਖੇਤੀ ਹੁੰਦੀ ਕਿਵੇਂ ਆ। ਫਿਰ ਉਹਨੂੰ ਚੀਜ਼ ਨੂੰ ਉੱਥੋਂ ਸਿੱਖ ਕੇ ਆ ਕੇ ਉਰੇ ਸ਼ੁਰੂ ਕੀਤਾ। ਆਪਣੇ ਵੈਦਰ ਦੇ ਵਿੱਚ ਇੰਨਾ ਦਮ ਸੀ ਕਿ ਸਾਨੂੰ ਵੈਦਰ ਨੇ ਹੀ ਨਾਲ ਦੀ ਨਾਲ ਸਾਨੂੰ ਚੱਕ ਲਿਆ। ਉਹ ਸਾਨੂੰ 2 ਪੈਸੇ ਆਉਣ ਲੱਗ ਗਏ। ਸਾਡਾ ਹੋਰ ਹੌਸਲਾ ਖੁੱਲ੍ਹਦਾ ਗਿਆ। ਉਹਦੇ ਨਾਲ ਹੌਲੀ ਹੌਲੀ ਇੱਕ ਸਾਡਾ ਗਰੁੱਪ ਬਣ ਗਿਆ। ਗਰੁੱਪ ਬਣਨ ਦੇ ਨਾਲ ਜਿਹੜੀ ਚੀਜ਼ ਨਹੀਂ ਵੀ ਹਾਸਲ ਕਰ ਸਕਦੀ ਉਹਨੂੰ ਵੀ ਹਾਸਲ ਕਰਨ ਦੀ ਸਮਰੱਥਾ ਆ ਗਈ। ਇਹ ਜਿਹੜਾ ਕੰਮ ਹੈ, ਇਹ ਜਿਹੜਾ ਬਾਬੇ ਨਾਨਕ ਨੇ ਸੰਗਤ ਕਿਹਾ ਸੀ, ਕੋਆਪਰੇਟਿਵ ਸੁਸਾਇਟੀ ਵੀ ਇੱਕ ਸੰਗਤ ਹੀ ਹੁੰਦੀ ਆ। ਉਹ ਜਿਹੜੇ ਬਾਬੇ ਨਾਨਕ ਦੇ ਮਾਡਲ ਨੇ, ਜਦੋਂ ਤੁਸੀਂ ਉਹਨਾਂ ਦੇ ਵਿੱਚ ਪੈ ਜਾਂਦੇ ਹੋ ਉਹਨਾਂ ਦੇ ਤਾਂ ਰਿਜ਼ਲਟ ਪੋਜ਼ਿਟਿਵ ਹੀ ਆਉਣੇ ਆ। ਵੀ ਇਹਦੇ ਲਈ ਜਦੋਂ ਹੁਣ ਅਸੀਂ ਗਰੁੱਪ 'ਚ ਕੰਮ ਕਰਦੇ ਹਾਂ ਅਤੇ ਉਹਦੇ 'ਚ ਹਰ ਕਿਸਮ ਦਾ ਆਤਮਾ ਹੈ। ਕੋਈ ਪੜ੍ਹੀ ਲਿਖੀ ਹੈ, ਕੋਈ ਬਿਜ਼ਨਸ ਮਾਈਂਡ ਹੈ, ਕਿਸੇ ਦਾ ਮੰਡੀਕਰਨ ਨੂੰ ਕੰਮ ਕਰਦਾ, ਕਿਸੇ ਦਾ ਸਵੈਲ 'ਤੇ ਹੈ, ਕਿਸੇ ਦਾ ਬੈਂਕਿੰਗ ਸੈਕਟਰ 'ਤੇ ਹੈ। ਵੀ ਉਹ ਇੱਕ ਸੁਮੇਲ ਹੋ ਗਿਆ। ਸੁਮੇਲ ਹੋਣਾ ਅੱਜ ਜੇ ਅਸੀਂ ਕੋਈ ਪ੍ਰੋਜੈਕਟ ਵੀ ਬਣਾਉਣਾ ਜਾਂ ਕੁਛ ਵੀ ਨਵੀਂ ਗੱਲ ਕਰਨੀ ਹੈ ਤਾਂ ਉਹ 'ਚ ਹਰ ਕਿਸਮ ਦਾ ਬੰਦਾ ਵਿੱਚ ਬੈਠਣਾ। ਅਸੀਂ ਉਹਨੂੰ 10 ਮਿੰਟਾਂ 'ਚ 1 ਘੰਟੇ 'ਚ ਡਿਜ਼ਾਈਨ ਕਰ ਲੈਂਦੇ ਹਾਂ। ਉਹ ਚੀਜ਼ ਦਾ ਬਹੁਤ ਵੱਡਾ ਫਾਇਦਾ ਹੋਇਆ। ਉਹਦੇ ਨਾਲ ਜਿਵੇਂ ਹੁਣ ਨਵੇਂ ਫਾਰਮਰ ਨੇ, ਉਹਨੂੰ ਇਹੀ ਨਹੀਂ ਪਤਾ ਹੁੰਦਾ ਵਿਚਾਰ ਨੂੰ ਮੈਂ ਕਰਨਾ ਸਟਾਰਟ ਕਿੱਥੋਂ ਕਰਾਂ। ਬਈ ਸਟਾਰਟ ਕਰਨ ਕਰਕੇ ਵੀ ਉਹਨੂੰ ਹੁਣ ਇੱਥੇ ਆਉਂਦਾ, ਉਹਨੂੰ ਕੁਆਲਿਟੀ ਦੇ ਸੀਡ ਸਾਰੀਆਂ ਇਨਪੁਟਸ ਸੁਸਾਇਟੀ ਦੇ ਆਊਟਲੈਟ ਤੋਂ ਮਿਲ ਜਾਂਦੀਆਂ ਨੇ। ਸਾਰੀ ਉਹਨੂੰ ਮੁੱਢਲੀ ਜਾਣਕਾਰੀ ਇੱਥੋਂ ਮਿਲ ਜਾਂਦੀ ਹੈ। ਈਵਨ ਨਰਸਰੀ ਤੱਕ, ਉਹਨੂੰ ਮੰਡੀਕਰਨ ਤੱਕ ਦੀਆਂ ਗੱਲਾਂ ਉਹਨੂੰ ਮਿਲ ਜਾਂਦੀਆਂ ਨੇ। ਬਾਕੀ ਉਹਦੇ 'ਤੇ ਡਿਪੈਂਡ ਹੈ ਵੀ ਉਹ ਕਿੰਨਾ ਕੁ ਕਰਨਾ ਨਹੀਂ ਕਰਨਾ ਚਾਹੁੰਦਾ ਕਿ ਕਰਨਾ ਚਾਹੁੰਦਾ। ਬਹੁਤ ਸਾਰੇ ਫਾਰਮਰ 1 ਏਕੜ ਤੋਂ ਸਟਾਰਟ ਹੋਤੇ ਅੱਜ 20 25 ਏਕੜ 'ਤੇ ਵੀ ਪਹੁੰਚ ਗਏ। ਆਪਣੇ ਪਰਿਵਾਰ ਨੂੰ ਵੀ ਉਹਨਾਂ ਨੇ ਸਟੈਂਡ ਕੀਤਾ। ਸਾਨੂੰ ਵੀ ਮਾਣ ਮਹਿਸੂਸ ਹੈ ਵੀ ਉਹਨਾਂ ਨੇ ਜੇ ਸਾਡੇ ਨਾਲ ਜੁੜੇ ਤਾਂ ਉਹਨਾਂ ਨੇ ਏਡੇ ਏਡੇ ਕੰਮ ਕੀਤੇ। ਜੀ ਜਿਵੇਂ ਆਪਾਂ ਕਹਿ ਸਕਦੇ ਤੜਾਈ ਥੋੜ੍ਹੀ ਚੱਲ ਰਹੀ ਹੈ ਸ਼ਿਮਲਾ ਮਿਰਚ ਦੀ, ਅਤੇ ਪੋਲੀ ਹਾਊਸ ਦੀ ਤੁਸੀਂ ਲਵਾਇਆ ਹੋਇਆ ਤਕਰੀਬਨ 5.5 ਏਕੜ 'ਚ ਤੁਹਾਡਾ ਇੱਥੇ ਪੋਲੀ ਹਾਊਸ ਆ। ਅਤੇ ਜਦੋਂ ਇਹ ਸ਼ੁਰੂਆਤ ਹੋਈ ਹੈ ਪੋਲੀ ਹਾਊਸ ਵੱਲ, ਕਿਉਂਕਿ ਪੰਜਾਬ ਦਾ ਇਹ ਰੁਝਾਨ ਨਹੀਂ ਸੀਗਾ, ਪੰਜਾਬ ਦੀ ਖੇਤੀ ਨਹੀਂ ਪੋਲੀ ਹਾਊਸ ਵਾਲੀ, ਪਰ ਡਿਵੈਲਪ ਕੀਤਾ ਗਿਆ। ਫਿਰ ਇਹ ਪੋਲੀ ਹਾਊਸ ਵੱਲ ਕਿੱਦਾਂ ਸ਼ੁਰੂਆਤ ਹੋਈ, ਕਦੋਂ ਤੋਂ ਸ਼ੁਰੂ ਕੀਤਾ ਪੋਲੀ ਹਾਊਸ? ਸ਼ੁਰੂਆਤ ਲਈ ਅਸੀਂ ਵਿਦੇਸ਼ ਦੇ ਵਿੱਚ ਸਪੇਨ ਗਏ। ਉੱਥੇ ਜਾ ਕੇ ਵੇਖਿਆ ਵੀ ਪੋਲੀ ਹਾਊਸ ਹੁੰਦਾ ਕੀ ਆ। ਉਹਨਾਂ ਦੇ ਨਾਲ ਉਹਨਾਂ ਨੇ ਸਾਨੂੰ ਇਹਦੀ ਬਰੀਕੀਆਂ ਬਾਰੇ ਦੱਸਿਆ ਵੀ ਜੇ ਸ਼ੁਰੂ ਕਰਨਾ ਤਾਂ ਉਹਨੂੰ ਕਿੰਨੇ ਏਰੀਏ ਤੋਂ ਸ਼ੁਰੂ ਕੀਤਾ ਜਾਵੇ। ਹੋਇਆ ਕਿ ਸਾਡੇ ਪੰਜਾਬ ਦੇ ਵਿੱਚ ਛੋਟੇ ਏਰੀਏ ਤੋਂ ਸ਼ੁਰੂ ਕੀਤਾ ਗਿਆ। ਉਹ ਲੱਗਣ ਤੋਂ ਬਾਅਦ ਉਹਦੀਆਂ ਸਮੱਸਿਆਵਾਂ ਨੂੰ ਡਿਸਕਸ ਕੀਤਾ ਗਿਆ, ਲੱਗਣ ਤੋਂ ਪਹਿਲਾਂ ਨਹੀਂ ਕੀਤਾ ਗਿਆ, ਜਿਹਦੇ ਕਰਕੇ ਮੇਨ ਪ੍ਰੋਬਲਮ ਆਈ। ਹੁਣ 1 ਏਕੜ ਲਈ ਵੀ ਜੇ ਅਸੀਂ ਜਨਰੇਟਰ ਦੀ ਗੱਲ ਕਰਦੇ ਹਾਂ, ਜਨਰੇਟਰ 1 ਏਕੜ ਲਈ ਵੀ ਬੈਕਅਪ 'ਤੇ ਲੈਣਾ ਪਊਗਾ, ਜਿਹੜਾ ਕਿ ਜੇ ਪਾਣੀ ਡੂੰਘਾ ਤਾਂ ਵੱਡਾ 2-3 ਲੱਖ ਦੀ ਇਨਵੈਸਟਮੈਂਟ ਵੀ ਹੈ। ਜੇ ਪੈਕਿੰਗ ਏਰੀਆ ਤਾਂ 1 ਏਕੜ ਲਈ ਵੀ ਚਾਹੀਦਾ, 5 ਏਕੜ ਲਈ ਵੀ ਚਾਹੀਦਾ। ਮੰਡੀ ਕਰਨਾ ਜੇ ਇੱਥੋਂ ਅਸੀਂ ਉਹਨੂੰ ਗੱਡੀ ਚੰਡੀਗੜ੍ਹ ਭੇਜਦੇ ਹਾਂ ਉਹ 3000 ਲੈਂਦੀ ਆ। ਉਹ 1 ਏਕੜ ਲਈ ਵੀ ਲੈਂਦੀ ਆ, 5 ਏਕੜ ਲਈ ਵੀ ਉਹੀ ਸੇਮ ਖਰਚਾ। ਜੇ ਮੈਂ ਅੱਜ ਉਰੇ ਬੈਠਾ ਤਾਂ 5 ਏਕੜ ਲਈ ਵੀ ਬੈਠਾ, 1 ਏਕੜ ਲਈ ਵੀ। ਉਹ ਜਿਹੜੇ ਸਾਡੇ ਛੋਟੇ ਯੂਨਿਟ ਸੀਗੇ, ਇੱਕ ਮੱਝ ਰੱਖ ਕੇ ਦੋਜੀ ਬਣਨੇ ਵਾਲੇ, ਉਹ ਸਾਡੀ ਊਰਜਾ ਸਾਰੀ ਉਹਨਾਂ ਦੇ ਵਿੱਚ ਹੀ ਲੱਗ ਗਈ। ਸਾਨੂੰ ਪ੍ਰੋਫਿਟ ਨਹੀਂ ਨਿਕਲਿਆ। ਜਾਂ ਤਾਂ ਉਹਦੇ ਨਾਲ ਓਪਨ ਫੀਲਡ ਦੇ ਵਿੱਚ 2-4 ਏਕੜ ਨਾਲ ਹੁੰਦੇ, ਕੋਈ ਨਾ ਕੋਈ ਇੱਕ ਇਕਨੋਮਿਕਸ ਨਿਕਲਦੀ। ਉਹ ਉੱਥੇ ਜਾ ਕੇ ਸਾਡੀ ਮੇਨ ਪ੍ਰੋਬਲਮ ਆਈ ਜਦ ਨੂੰ ਉਹ ਪਤਾ ਲੱਗਿਆ, ਜਦ ਨੂੰ ਅਸੀਂ ਹਾਊਸ ਲਾ ਲਏ। ਜਿਹੜੇ ਬੰਦੇ ਲਾਉਣੇ ਵਾਲੇ ਆਏ ਉਹਨਾਂ ਨੇ ਐਡਾ ਵੀ ਤੁਹਾਨੂੰ 20 ਲੱਖ ਬਚ ਜੂ, 25 ਲੱਖ ਬਚ ਜੂ। ਉਹ ਬੰਦਾ ਕਹਿੰਦਾ ਅੱਧਾ ਬਚ ਜਵੇ ਬਹੁਤ ਆ। ਵੀ ਉਹਨਾਂ ਚੀਜ਼ਾਂ ਨੂੰ ਲੈ ਕੇ ਫਾਰਮਰ ਇਹ ਪਾਸੇ ਆਇਆ, ਪਰ ਉਹ ਬੁਰੀ ਤਰ੍ਹਾਂ ਉਹਦੀ ਵਿਚਾਰੇ ਦੀ ਸਰਕਾਰ ਦਾ ਨੁਕਸਾਨ ਵੀ ਹੋਇਆ, ਪੈਸੇ ਦਾ, ਕਿਸਾਨ ਵੀ ਬਹੁਤ ਬੁਰੀ ਤਰ੍ਹਾਂ ਫਸਿਆ। ਹੁਣ ਅਸੀਂ ਕਰ ਹੀ ਰਹੇ ਹਾਂ 10-12 ਸਾਲ ਤੋਂ। ਇਹ ਖੇਤੀ ਬਾਹਰ ਵਾਲੀ ਖੇਤੀ ਨੂੰ ਟੋਟਲ ਡਿਫਰੈਂਟ ਖੇਤੀ ਆ। ਇਹਨੂੰ ਸਮਝਣ ਲਈ ਜੇ ਝੋਨਾ ਕਣਕ ਵੀ ਲੱਗਿਆ ਉਹਨੂੰ ਵੀ ਸਾਨੂੰ 8-10 ਸਾਲ ਸਿੱਖਣ ਨੂੰ ਲੱਗਿਆ। ਅਸੀਂ 1-2 ਸਾਲ ਦੇ ਵਿੱਚ ਕਹਿੰਦੇ ਹਾਂ ਸਾਨੂੰ ਮਾਸਟਰ ਨਹੀਂ ਬਣੇ, ਅਸੀਂ ਛੱਡੋ ਇਹਨੂੰ। ਤੁਹਾਨੂੰ ਘੁਲਣਾ ਪਊਗਾ ਕਿਸੇ ਚੀਜ਼ ਦੇ ਵਿੱਚ ਰਹਿ ਕੇ, ਉਹਦੇ ਐਕਸਪੈਰੀਮੈਂਟ ਕਰਨੇ ਪੈਣਗੇ। ਹਾਂ, ਸਰਕਾਰ ਨੇ 1 ਵਾਰ ਸਬਸਿਡੀ ਦਿੱਤੀ, ਦੁਬਾਰਾ ਇਹਦੇ ਲਈ ਚਾਹੀਦੀ ਸੀ 3 ਸਾਲਾਂ ਬਾਅਦ। ਇਹਦਾ ਜਿਹੜਾ ਸ਼ੀਟ ਹੈ, ਨੈੱਟ ਹੈ, ਇਹ ਚੇਂਜ ਹੁੰਦੀ ਹੈ। ਉਹਦੇ ਲਈ ਦੁਬਾਰਾ ਸਬਸਿਡੀ ਦੀ ਲੋੜ ਸੀਗੀ, ਜਿਹਦੇ ਨਾਲ ਇੱਕ ਗੌਰਮੈਂਟ ਵੱਲੋਂ 40 ਲੱਖ ਦਾ ਪ੍ਰੋਜੈਕਟ ਬਚ ਸਕਦਾ ਹੈ ਅੱਜ ਵੀ, ਜੇਕਰ ਗੌਰਮੈਂਟ ਇਹਨੂੰ 1 ਵਾਰ ਰਿਵਾਈਜ਼ ਕਰੇ। ਜਿੱਥੇ ਫੁੱਲਾਂ ਨੂੰ ਪਲਾਂਟਿੰਗ ਮਟੀਰੀਅਲ ਦੀ ਸਬਸਿਡੀ ਦਿੱਤੀ ਹੈ,
ਫੁੱਲ ਲੱਗਣ ਨਾਲ ਸੋਇਲ ਦੇ ਵਿੱਚ ਪ੍ਰੋਬਲਮਸ ਆ ਜਾਂਦੀਆਂ ਨੇ। ਜਿਵੇਂ ਵੈਜੀਟੇਬਲ ਹੈ, ਵੈਜੀਟੇਬਲ ਦੇ ਨਾਲ ਵੀ ਸੋਇਲ ਦੇ ਵਿੱਚ ਡਿਜ਼ੀਜ਼ ਆਉਂਦੀਆਂ ਨੇ। ਵੀ ਸਾਨੂੰ ਇੱਕ ਚੇਂਜ ਕਰਨਾ ਚਾਹੀਦਾ ਸੀ ਵੀ ਇੱਕ ਵਾਰ ਫੁੱਲਾਂ ਦੀ ਸਬਸਿਡੀ ਵਾਲੇ ਨੂੰ ਵੈਜੀਟੇਬਲ ਦੀ ਦਿੱਤੀ ਜਾਂਦੀ, ਵੈਜੀਟੇਬਲ ਵਾਲੇ ਨੂੰ ਫੁੱਲਾਂ ਵਾਲੀ ਦੀ ਦਿੱਤੀ ਜਾਂਦੀ। ਇੱਕ ਵਾਰ ਕਿਸਾਨ ਨੂੰ ਜ਼ਰੂਰ ਮੌਕਾ ਦਿੱਤਾ ਜਾਂਦਾ ਉਹਨੂੰ ਖੇਡਣ ਦਾ। ਉਹ ਤੋਂ ਬਾਅਦ ਫਾਰਮਰ ਦਾ ਇੱਕ ਐਕਸਪੀਰੀਅੰਸ ਵੀ ਦਿਨ ਪਰ ਦਿਨ ਹਰ ਸਾਲ ਹਰ ਕ੍ਰੌਪ 'ਚ ਵੱਧਦਾ, ਫਿਰ ਫਾਰਮਰ ਨੂੰ ਈਜ਼ੀਲੀ ਅੱਗੇ ਲੈ ਕੇ ਆਉਂਦਾ। ਹੁਣ ਜਿਹੜੇ ਬੰਦੇ ਟੋਟਲੀ ਸਮਰਪਿਤ ਸੀਗੇ ਉਹਨਾਂ ਕੋਲ ਹਾਊਸ ਨੇ, ਜਿਹੜੇ ਬੰਦਿਆਂ ਨੇ ਇੱਕ ਟਰਾਈ ਲਈ ਲਾਇਆ ਸੀਗਾ ਵੀ ਚਲੋ ਦੇਖਦੇ ਆ ਕਰਕੇ, ਉਹ ਤਕਰੀਬਨ ਨੁਕਸਾਨ ਹੋਇਆ। ਪੱਟੇ ਵੀ ਗਏ, ਬਹੁਤ ਖਾਲੀ ਖੜੇ ਨੇ। ਬਹੁਤ ਦੁੱਖ ਹੋਇਆ ਵੀ ਇੰਨਾ ਪੈਸਾ ਕਿਸਾਨ ਦਾ ਵੀ ਲੱਗਿਆ ਗਿਆ ਤੇ ਸਰਕਾਰ ਦੀ ਸਬਸਿਡੀ ਵੀ ਜਿਹੜੀ ਉਹ ਕਿਸੇ ਕੰਮ ਨਹੀਂ ਆਈ। ਜਿਹੜੀ ਰਵਾਇਤੀ ਖੇਤੀ ਹੈ ਉਹ ਤਾਂ ਚਲੋ ਆਪਣੇ ਪੁਰਖੇ ਕਰਦੇ ਆਉਂਦੇ ਸੀ, ਉਵੇਂ ਹੀ ਸਿੱਖ ਸਿੱਖ ਕੇ ਘਰ ਪਰਿਵਾਰ 'ਚ ਸਿੱਖ ਕੇ ਕਰੀ ਜਾਂਦੇ ਸੀ। ਪਰ ਜਦੋਂ ਇੱਕ ਬਦਲਾਅ ਦੀ ਲੋੜ ਹੁੰਦੀ ਹੈ ਤਾਂ ਪੋਲੀ ਹਾਊਸ ਇਹ ਵੀ ਪਹਿਲਾਂ ਕਿਸਾਨਾਂ ਨੇ ਸਮਝਿਆ ਨਹੀਂ ਉਹ ਚੀਜ਼ ਨੂੰ ਵੀ ਖੇਤੀ ਕਿਵੇਂ ਲਗਾ ਲੇ, ਉਹਦੇ ਕਰਕੇ ਨੁਕਸਾਨ ਜਿਹੜਾ ਝੱਲਣਾ ਪਿਆ। ਤੇ ਜੇ ਆਪਾਂ ਹੁਣ ਇੱਥੇ ਤੁਸੀਂ ਸ਼ਿਮਲਾ ਮਿਰਚ ਉਗਾਈ ਹੋਈ ਹੈ, ਇਹਦੇ ਬਾਰੇ ਆਪਾਂ ਜ਼ਿਕਰ ਕਰਦੇ, ਇਹ ਕਦ ਤੋਂ ਤੁਸੀਂ ਇਸ ਸਬਜ਼ੀਆਂ ਦੇ ਵਿੱਚ ਇਹਨੂੰ ਚੁਣਿਆ ਤੇ ਹੁਣ ਜਿਹੜੇ ਤਕਰੀਬਨ 5.5 ਏਕੜ 'ਚ ਪੋਲੀ ਹਾਊਸ ਆ ਉਹਦੇ ਵਿੱਚ ਜਿਹੜੀ ਸ਼ਿਮਲਾ ਮਿਰਚ ਉਗਾਈ ਹੋਈ, ਇਹਦੇ ਬਾਰੇ ਸਾਡੀ ਸਮਝ ਪਓ ਵੀ ਕਿਹੜੀ ਵੈਰਾਈਟੀ ਆ ਤੇ ਕਿਵੇਂ ਕਿਵੇਂ ਇਹਦੀ ਪ੍ਰੋਡਕਸ਼ਨ? ਇਹ ਅਗਸਤ ਮਹੀਨੇ ਦੀ ਨਰਸਰੀ ਆਪਾਂ ਪਲੱਗ ਟਰੇ ਦੇ ਵਿੱਚ ਤਿਆਰ ਕੀਤੀ ਤੇ ਸਤੰਬਰ ਦੇ ਵਿੱਚ ਇਹਨੂੰ ਖੇਤ ਦੇ ਵਿੱਚ ਟਰਾਂਸਪਲਾਂਟ ਕੀਤਾ। ਉਸ ਤੋਂ ਬਾਅਦ ਇਹ ਦਸੰਬਰ ਦੇ ਵਿੱਚ ਪਿਕਿੰਗ ਤੇ ਆ ਗਈ। ਇਹ ਸਾਰੇ ਸੀਡ ਇੰਪੋਰਟਡ ਬਾਹਰ ਦੇ ਸੀਡ ਆ, ਇਹ ਕਾਸਟਲੀ ਸੀਡ ਨੇ। ਅਸੀਂ ਕਈ ਵਾਰ ਸੀਡ ਦੇ ਪੈਸੇ ਲਾਉਣ ਲੱਗੀ ਸੋਚ ਜਾਂਦੇ ਹਾਂ ਵੀ ਇਹ ਮਹਿੰਗਾ, ਪਰ ਨਹੀਂ। ਜੇ ਸਾਨੂੰ ਕੋਈ ਇੱਕ 2 ਰੁਪਏ ਜਾਂ 3 ਰੁਪਏ ਪਰ ਸੀਡ ਕਾਸਟ ਮਹਿੰਗਾ ਕਰਦਾ, ਜੇ ਉਹ ਸਾਡੀ ਪ੍ਰੋਡਕਸ਼ਨ 1 ਕਿਲੋ ਵੱਧ ਦਿੰਦਾ ਤਾਂ ਸਾਨੂੰ ਉਹ 2-3 ਰੁਪਏ ਕੋਈ ਮੈਟਰ ਨਹੀਂ ਕਰਦੇ। ਸਾਨੂੰ ਉੱਥੇ ਬਹੁਤ ਜ਼ਿਆਦਾ ਧਿਆਨ ਨਾਲ ਸੋਚਣ ਦੀ ਲੋੜ ਆ ਵੀ ਅਸੀਂ ਜਿਹੜੇ ਸੀਡ ਹੈ ਉਹ 'ਤੇ ਕਦੇ ਵੀ ਹੱਥ ਪਿੱਛੇ ਨਾ ਖਿੱਚੀਏ, ਚਾਹੇ ਮਹਿੰਗਾ, ਪਰ ਜੇ ਉਹ ਕੁਆਲਿਟੀ 'ਚ ਅੱਛਾ ਹੈ, ਸਾਨੂੰ ਪ੍ਰੋਡਕਸ਼ਨ ਵਧੀਆ ਦਿੰਦਾ ਤਾਂ ਉਹ ਮਹਿੰਗਾ ਨਹੀਂ ਹੈਗਾ। ਇੱਦਾਂ ਹੀ ਜਿਹੜੀ ਇਹਦੀ ਪੈਕੇਜ ਪ੍ਰੈਕਟਿਸ ਹੈ ਮੇਨਲੀ, ਜਿੰਨਾ ਚਿਰ ਤੱਕ ਅਸੀਂ ਸਾਰੇ ਇਹਦੇ ਇਨਪੁਟਸ ਮਾਰਕੀਟ 'ਚੋਂ ਲਏ, ਸਾਡੇ ਵੀ ਪੈਰ ਨਹੀਂ ਲੱਗੇ। ਜਿੱਦਾਂ ਦਾ ਅਸੀਂ ਸੁਸਾਇਟੀ ਵਿੱਚ ਸਪੇਨ ਗਏ, ਉਹਨਾਂ ਦਾ ਮਾਡਲ ਦੇਖਿਆ ਵੀ ਇੱਕ ਛੱਤ ਥੱਲੇ ਸਾਰਾ ਸਮਾਨ ਉਹਨਾਂ ਨੂੰ ਪ੍ਰੋਵਾਈਡ ਹੁੰਦਾ, ਚਾਹੇ ਸਪਰੇਅ ਪੰਪ ਨੇ, ਖਾਦਾਂ ਨੇ, ਦਵਾਈਆਂ ਨੇ। ਉਹੀ ਅਸੀਂ ਇੱਥੇ ਆਪਣੀ ਸੁਸਾਇਟੀ ਦੇ ਵਿੱਚ ਫਾਰਮਰ ਐਗਰੀ ਮਾਰਟ 'ਤੇ ਉਹੀ ਚੀਜ਼ਾਂ ਪੈਦਾ ਕੀਤੀਆਂ ਲਿਆ ਕੇ। ਹੁਣ ਜੇ ਸਾਡੇ ਸਪਰੇਅ ਪੰਪ ਨੇ ਉਹ ਇਟਲੀ ਤੋਂ ਆਉਂਦੇ ਆ, ਗੰਨਾ ਸਾਡੀਆਂ ਇਟਾਲੀਅਨ ਨੇ। ਅਸੀਂ ਵਰਲਡ ਦੀ ਖੇਤੀ 'ਚ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਉਹਨੂੰ ਇੱਕ ਛੱਤ ਹੇਠ ਇਕੱਠਾ ਕੀਤਾ। ਉਹ ਇਕੱਠੇ ਕਰਨਾ ਹਰ ਬੰਦੇ ਨੂੰ, ਜਿਹਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ ਵੀ ਮੈਂ ਇਟਲੀ ਦਾ ਪੰਪ ਲਊਂਗਾ ਜਾਂ ਇਟਲੀ ਦੀ ਗਨ ਲਊਂਗਾ, ਉਹਨੂੰ ਵੀ ਪ੍ਰੋਵਾਈਡ ਹੋਈ ਮੁਸ਼ਕਾਬਾਦ ਦੇ ਡੱਬਿਆਂ 'ਚ। ਵੀ ਉਹਨੇ ਆਪਣਾ ਕੰਮ ਕਰਕੇ ਦਿਖਾਇਆ। ਜੋ ਤੁਸੀਂ ਦੇਖ ਰਹੇ ਹੋ ਇਹਦੇ 'ਚ ਇਹ ਨਹੀਂ, ਇਹ ਸਾਰਾ ਇੱਕ ਆਰਗੇਨਾਈਜ਼ ਸਿਸਟਮ ਦਾ ਦੇਣ ਆ। ਸਾਨੂੰ ਇਹ ਬਲਾਕ ਲੈਵਲ ਦੇ ਉੱਤੇ ਐਗਰੀਕਲਚਰ ਟ੍ਰੇਨਿੰਗ ਸੈਂਟਰ ਬਣਾਉਣੇ ਪੈਣਗੇ। ਸਾਨੂੰ ਜਿੰਨਾ ਚਿਰ ਤੱਕ ਸਾਡੇ ਵੈਦਰ ਦੇ ਅਕੋਰਡਿੰਗ ਅਸੀਂ ਬੈਠ ਕੇ ਡਿਸਕਸ ਜਾਂ ਟਰਾਈਆਂ ਕਰਕੇ ਦੇਖਦੇ ਨੇ ਵੀ ਸਾਨੂੰ ਕਿਹੜੀ ਚੀਜ਼ ਫਾਇਦੇ ਵਾਲੀ, ਕਿਹੜੀ ਨੁਕਸਾਨ ਵਾਲੀ ਆ, ਉਹਨਾਂ ਚਿਰ ਸਾਡਾ ਕਿਸਾਨ ਨੁਕਸਾਨ ਖਾਂਦਾ ਰਹੂਗਾ। ਤੇ ਇਹ ਜਿਹੜੀ ਆਪਾਂ ਸ਼ਿਮਲਾ ਮਿਰਚ ਦੀ ਤੁਸੀਂ ਜ਼ਿਕਰ ਕੀਤਾ ਵੀ ਇੱਥੇ ਦੀ ਵੈਰਾਈਟੀ ਤਾਂ ਹੈ ਨਹੀਂ, ਬਾਹਰ ਦੀ ਤੁਸੀਂ ਲੈ ਕੇ ਆਏ ਹੋ, ਤੇ ਇਹ ਜਦੋਂ ਤੁਸੀਂ ਲਾਉਣੀ ਸ਼ੁਰੂ ਕੀਤੀ, ਕਈ ਵਾਰ ਹੁੰਦਾ ਵੀ ਜਦੋਂ ਦੂਜੀ ਜਗ੍ਹਾ ਤੋਂ ਲੈ ਕੇ ਆਪਾਂ ਉਹਨੂੰ ਉਹ ਕਰਦੇ ਰੀਵਰਥ ਕਰਦੇ ਹਾਂ ਵੀ ਜ਼ਮੀਨ 'ਚੋਂ ਪੱਟ ਕੇ ਦੂਜੀ ਜਗ੍ਹਾ 'ਤੇ ਲਾਉਂਦੇ ਹਾਂ, ਤਾਂ ਕਈ ਵਾਰ ਬਿਮਾਰੀਆਂ ਦਾ ਖਤਰਾ ਵੀ ਬਣਿਆ ਰਹਿੰਦਾ ਤੇ ਕਈ ਵਾਰ ਹੁੰਦਾ ਵੀ ਉਹਦਾ ਝਾੜ ਹੋ ਜਾ ਨਹੀਂ ਹੁੰਦਾ। ਤਾਂ ਫਿਰ ਇਹ ਜਿਹੜੀ ਤੁਸੀਂ ਵੈਰਾਈਟੀ ਉਗਾਈ ਹੋਈ ਆ, ਇਹਦੇ ਵਿੱਚ ਕਿੰਨੇ ਚਿਰ ਤੁਸੀਂ ਉਗਾਉਂਦੇ ਹੋ ਤੇ ਕਿੰਨਾ ਇਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਸਮੱਸਿਆ ਜਾਂ ਹੋਰ ਵਗੈਰਾ ਆਈ ਹੋਵੇ ਵੀ ਪੋਲੀ ਹਾਊਸ ਤੋਂ ਬਿਨਾਂ ਕੀ ਹੋ ਸਕਦੀ ਹੈ? ਦੇਖੋ, ਜਿਹੜਾ ਕਲਰਡ ਕੈਪਸਿਕਮ ਹੈ ਇਹ ਤਾਂ ਇੱਕ ਪੋਲੀ ਹਾਊਸ ਦੀ ਕ੍ਰੌਪ ਆ। ਹੁਣ ਫਾਰਮਰਾਂ ਨੇ ਪਹਿਲਾਂ ਖੀਰੇ ਦੇ ਵਿੱਚ ਸਾਨੂੰ 4 ਪੈਸੇ ਵਧੀਆ ਬਣੇ। ਹੁਣ ਓਪਨ ਫੀਲਡ ਦੇ ਵਿੱਚ ਵੀ ਸੀਡਲੈਸ ਵੈਰਾਈਟੀਆਂ ਆ ਗਈਆਂ, ਜਿਹੜਾ ਕਿ 2 ਰੁਪਏ 3 ਰੁਪਏ ਸਸਤਾ। ਓਪਨ 'ਚ ਜਿਹੜੀ ਚੀਜ਼ ਹੁੰਦੀ ਅਸੀਂ ਪੋਲੀ ਹਾਊਸ 'ਚ ਕਿਉਂ ਲਾਈਏ? ਪਹਿਲਾਂ ਤਾਂ ਕਿਸਾਨ ਨੂੰ ਇਹ ਸੋਚਣ ਦੀ ਲੋੜ ਆ ਵੀ ਜਿਹੜੀ ਚੀਜ਼ ਓਪਨ 'ਚ ਖੇਤ 'ਚ ਹੋ ਸਕਦੀ ਆ, ਮੈਂ ਇੰਨੀ ਕੋਸਟਲੀ ਖੇਤੀ ਵਿੱਚ ਉਹਨੂੰ ਕਿਉਂ ਲਾਵਾਂ? ਜਿਹੜੀ ਕਲਰ ਕੈਪਸਿਕਮ ਆ ਇਹ ਪੋਲੀ ਹਾਊਸ ਦੇ ਅੰਦਰ ਹੀ ਹੋ ਸਕਦੀ ਹੈ, ਬਾਹਰ ਨਹੀਂ ਹੁੰਦੀ। ਫਿਰ ਇਹਦੇ ਵਿੱਚ ਆ ਗਈ ਵੈਰਾਈਟੀ ਦੀ ਗੱਲ, ਤੁਸੀਂ ਸੀਡ ਦੀ ਗੱਲ ਕਰੀ। ਜਿੰਨੇ ਜ਼ਿਆਦਾ ਹਾਈ ਟੈਂਪਰੇਚਰ ਦੇ ਕੰਟਰੀ ਨੇ ਜਿਹੜੇ ਉਹਨਾਂ ਦੇ ਸੀਡ ਨੇ ਅਸੀਂ ਉਹ ਗਰਮੀਆਂ 'ਚ ਯੂਜ਼ ਕਰਦੇ ਹਾਂ। ਜਿੱਥੇ ਸਨਲਾਈਟ ਘੱਟ ਹੈ, ਟੈਂਪਰੇਚਰ ਲੋ ਹੈ, ਉਹ ਕੰਟਰੀਆਂ ਅਸੀਂ ਸਰਦੀਆਂ ਵਾਲੇ ਸੀਡ ਗਰੋ ਕਰਦੇ ਹਾਂ। ਇਹ ਸਿੱਧੇ ਤਰੀਕੇ ਨਾਲ ਸਾਨੂੰ ਪਤਾ ਲੱਗ ਜਾਂਦਾ ਵੀ ਕਿੰਨੀ ਸਨਲਾਈਟ ਹੈ, ਕਿੰਨਾ ਸਾਡੇ ਕੋਲ ਟੈਂਪਰੇਚਰ ਹੈ, ਕਿਹੜੀ ਕੰਟਰੀਆਂ ਸਾਡਾ ਮੈਚ ਕਰਦਾ। ਇਜ਼ਰਾਈਲ ਦੇ ਸੀਡ ਨੇ ਗਰਮੀਆਂ ਦੇ ਵਿੱਚ ਆਪਣੇ ਨਾਲ ਕਿਉਂ ਮੈਚ ਕਰਦੇ ਆ? ਕਿਉਂਕਿ ਉੱਥੇ ਟੈਂਪਰੇਚਰ ਆਪਣੇ ਨਾਲੋਂ ਵੀ ਜ਼ਿਆਦਾ। ਵੀ ਯੂਰਪ ਦੇ ਵਿੱਚ ਸਾਡੇ ਨਾਲ ਸਰਦੀਆਂ ਵਾਲੇ ਟੈਂਪਰੇਚਰ, ਜਿਹੜੇ ਯੂਰਪ ਦੇ ਵਿੱਚ ਸਾਡੇ ਜਿਹੜੇ ਸੀਡ ਨੇ ਉਹ ਸਾਡੇ ਜ਼ਿਆਦਾ ਸਕਸੈਸ ਹੁੰਦੇ ਨੇ। ਇਹਦੇ ਲਈ ਜਦੋਂ ਅਸੀਂ ਬਾਹਰ ਵੀ ਜਾਂਦੇ ਹਾਂ ਉੱਥੇ ਸਾਡਾ ਫੋਕਸ ਇਹੀ ਹੁੰਦਾ ਵੀ ਅਸੀਂ ਕੁਆਲਿਟੀ ਵਾਲੇ ਸੀਡ ਜਾਂ ਕੁਆਲਿਟੀ ਵਾਲੀਆਂ ਖਾਦਾਂ। ਹੁਣ ਜਿੰਨੀਆਂ ਖਾਦਾਂ ਨੇ ਸਾਡੇ ਕੋਲ ਸਾਰੀਆਂ ਇੰਪੋਰਟਡ ਨੇ। ਲੋਕਲ ਖਾਦਾਂ ਦੀ EC ਤੇ pH ਬਹੁਤ ਜ਼ਿਆਦਾ ਹੈ। ਪਹਿਲਾਂ ਸਾਡੇ ਪਾਣੀ ਦੀ EC pH ਜ਼ਿਆਦਾ ਹੁੰਦੀ ਹੈ, ਉਹ ਪਲਾਂਟ ਨੂੰ ਨਹੀਂ ਮਿਲਦੀ। ਸਾਡਾ ਝਾੜ ਕਿਉਂ ਨਹੀਂ ਵੱਧਦਾ? ਹੁਣ ਤੁਸੀਂ ਇੱਥੇ ਦੇਖ ਰਹੇ ਹੋ ਵੀ ਇੰਨੀ ਸਰਦੀ ਪੈਣ ਦੇ ਬਾਵਜੂਦ ਵੀ ਪਲਾਂਟ ਦੇ ਉੱਤੇ ਫੁੱਲ ਵੀ ਹੈ, ਪਲਾਂਟ ਦੇ ਉੱਤੇ ਛੋਟਾ ਜਿਹੀ ਮਿਰਚ ਵੀ ਲੱਗੀ ਹੈ, ਵੱਡੀ ਵੀ ਹੈ, ਰੰਗ ਵੀ ਚੇਂਜ ਹੋ ਰਿਹਾ। ਉਹਦੀ ਤੰਦਰੁਸਤੀ ਦਾ ਕਾਰਨ ਆ। ਅਸੀਂ ਇਹਨੂੰ ਇੱਕ ਜਿੱਦਾਂ ਇੱਕ ਇਨਸਾਨ ਨੂੰ ਚੰਗੀ ਡਾਈਟ ਦੀ ਲੋੜ ਆ, ਉੱਦਾਂ ਇੱਕ ਪਲਾਂਟ ਨੂੰ ਵੀ ਚੰਗੀ ਡਾਈਟ ਦੀ ਲੋੜ ਹੈ।
ਉਹਦੇ ਲਈ ਅਸੀਂ ਇਹਨੂੰ ਹਰ ਚੀਜ਼ ਪ੍ਰੋਵਾਈਡ ਕੀਤੀ ਹੈ ਲਿਆ ਕੇ, ਜਿੱਥੋਂ ਕਿਤੇ ਮਿਲੀ। ਫਿਰ ਉਦੋਂ ਅੱਗੇ ਦੇਣੀ ਕਿੰਨੀ ਹੈ, ਉਹਨੂੰ ਕਿੰਨੇ ਏਸੀ ਦੇ ਘੋਲ ਤੇ ਬਣਾਉਣਾ, ਓਨਾ ਹੀ ਉਹਨੂੰ ਦੇਣਾ ਜਿੰਨੀ ਪਲਾਂਟ ਦੀ ਏਜ ਮੁਤਾਬਕ ਉਹਨੂੰ ਲੋੜ ਆ। ਜਦੋਂ ਤੁਸੀਂ ਘੱਟ ਦਿੰਦੇ ਹੋ ਜਦ ਵੀ ਹਾਰਮਫੁੱਲ ਹੈ, ਜਦੋਂ ਤੁਸੀਂ ਵੱਧ ਦਿੰਦੇ ਹੋ ਜਦ ਵੀ ਹਾਰਮਫੁੱਲ ਹੈ। ਜੀ ਗੱਲਾਂ ਕਾਫੀ ਨੇ ਕਰਨ ਵਾਲੀ, ਫਿਲਹਾਲ ਸਾਡੇ ਕੋਲ ਵਕਤ ਕਿੰਨੇ ਜੇ ਬ੍ਰੇਕ ਦਾ। ਬ੍ਰੇਕ ਤੋਂ ਆਪਾਂ ਗੱਲ ਕਰਾਂਗੇ ਕਿ ਇਹਦੀ ਡ੍ਰਿਪਿੰਗ ਇਰੀਗੇਸ਼ਨ ਤੁਸੀਂ ਕਿਵੇਂ ਕਰਦੇ ਹੋ ਤੇ ਪੋਲੀ ਹਾਊਸ ਦੀ ਮੇਨਟੇਨੈਂਸ ਕਿਵੇਂ ਕਰਦੇ ਹੋ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਫਿਲਹਾਲ ਇੱਕ ਨਿੱਕਾ ਜਿਹਾ ਬ੍ਰੇਕ ਲੈਂਦੇ ਹਾਂ ਥੈਂਕ ਯੂ। ਤੇ ਗੱਲਬਾਤ ਇੱਦਾਂ ਜਾਰੀ ਰਹੂਗੀ, ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ। ਗੱਲਬਾਤ ਕਰ ਰਹੇ ਸੀ ਸਰਦਾਰ ਦਵਿੰਦਰ ਜੀ ਉਹਨਾਂ ਨਾਲ ਦੀ ਖੇਤੀਬਾੜੀ ਦੇ ਬਾਰੇ। ਤੇ ਇਸ ਵਕਤ ਜਿੱਥੇ ਮੈਂ ਖੜਾ ਇੱਥੋਂ ਸਾਰੇ ਖੇਤਾਂ ਨੂੰ ਤਕਰੀਬਨ 5.5 ਏਕੜ ਜਿਹੜੇ ਪੋਲੀ ਹਾਊਸ ਬਣਿਆ ਹੋਇਆ ਉਹਨੂੰ ਪਾਣੀ ਦੀ ਸਪਲਾਈ ਜਾਂਦੀ ਹੈ ਡ੍ਰਿਪ ਇਰੀਗੇਸ਼ਨ ਦੇ ਰਾਹੀਂ, ਤੇ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੋਇਆ। ਕਿਉਂਕਿ ਪੰਜਾਬ ਦੇ ਵਿੱਚ ਪਾਣੀ ਪਹਿਲਾਂ ਹੀ ਘੱਟ ਹੈ ਤੇ ਆਪਾਂ ਲਗਾਤਾਰ ਜਿਹੜੀ ਰਵਾਇਤੀ ਝੋਨਾ ਕਹਿ ਦੀ ਕਿਸਾਨਾਂ ਸਿਰ ਕਾਫੀ ਵੱਡਾ ਬਲੇਮ ਲੱਗਦਾ ਕਿ ਉਹਨਾਂ ਨੇ ਪਾਣੀ ਖਤਮ ਕਰਤਾ, ਪਰ ਇਹ ਜਿਹੜੀ ਤਕਨੀਕ ਹੈ ਇਹਦੇ ਨਾਲ ਤੁਸੀਂ ਪਾਣੀ ਵੀ ਘੱਟ ਵਰਤਦੇ ਹੋ ਤੇ ਦੂਜਾ ਝਾੜ ਵੀ ਬਹੁਤ ਜ਼ਿਆਦਾ ਵੱਧਦਾ। ਸੋ ਇਹ ਕਿੱਦਾਂ ਕੰਮ ਕਰਦਾ, ਕਿਵੇਂ ਇਸ ਦੀ ਵਰਤੋਂ ਕਰਦੇ ਨੇ, ਆਪਾਂ ਦਵਿੰਦਰ ਜੀ ਨਾਲ ਇਸ ਬਾਰੇ ਗੱਲਬਾਤ ਕਰਦੇ ਹਾਂ। ਤੇ ਦਵਿੰਦਰ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ। ਥੈਂਕ ਯੂ, ਧੰਨਵਾਦ ਜੀ। ਤੇ ਇੱਥੇ ਸਾਰਾ ਤੁਸੀਂ ਮੇਨਟੇਨ ਕੀਤਾ ਹੋਇਆ, ਇਕੱਲੀ ਕਹਿ ਦਈਏ ਲੱਗੀ ਹੋਈ ਆ ਡ੍ਰਿਪ ਇਰੀਗੇਸ਼ਨ ਦਾ ਸਿਸਟਮ, ਤੇ ਦਵਾਈਆਂ ਵੀ ਤੁਸੀਂ ਇੱਥੋਂ ਹੀ ਸਾਰੀ ਸਪਲਾਈ ਕਰਦੇ ਹੋ, ਤੇ ਕਿੱਦਾਂ ਮੈਨੇਜ ਕਰਦੇ ਹੋ ਉਸ ਚੀਜ਼ ਨੂੰ? ਕਰਨਵੀਰ ਜੀ, ਮੇਨ ਪਾਰਟ ਆ ਵਾਟਰ ਮੈਨੇਜਮੈਂਟ ਜੀ। ਐਗਰੀਕਲਚਰ ਦਾ, ਜੇ ਪੰਜਾਬ ਦੀ ਨਹੀਂ ਵਰਲਡ ਦੀ ਗੱਲ ਕਰਾਂ, ਜੇ ਕੋਈ ਪਹਿਲੀ ਗੱਲ ਆਉਂਦੀ ਹੈ ਸਾਰਿਆਂ ਨੂੰ ਪਹਿਲਾਂ ਖੇਤੀ 'ਚ ਆਉਂਦੀ ਹੈ ਵਾਟਰ ਮੈਨੇਜਮੈਂਟ ਦੀ। ਜੇ ਤੁਸੀਂ ਇਹਨੂੰ ਪ੍ਰੋਪਰ ਕਰਦੇ ਹੋ ਤਾਂ ਤੁਹਾਡੀ 15 ਤੋਂ 20% ਪ੍ਰੋਡਕਸ਼ਨ ਬਿਨਾਂ ਕਿਸੇ ਕੰਮ ਤੇ ਹੀ ਵੱਧ ਜਾਂਦੀ ਹੈ। ਕਿਉਂਕਿ ਅਸੀਂ ਲੋੜ ਤੋਂ ਵੱਧ ਜਦੋਂ ਪਾਣੀ ਬੂਟੇ ਨੂੰ ਦਿੰਦੇ ਹਾਂ, ਉਹਦੀਆਂ ਜਿਹੜੀਆਂ ਰੂਟਸ ਨੇ ਉਹਨਾਂ ਨੂੰ ਫੰਗਸ ਆ ਜਾਂਦੀ ਹੈ, ਉਹ ਜਿਹੜੀ ਅਪਟੇਕ ਕਰਨੀ ਹੈ ਜਿਹੜੀਆਂ ਚੀਜ਼ਾਂ ਦੀ ਉਹ ਨਹੀਂ ਕਰਦਾ, ਉਹ ਪੂਰੀ ਪ੍ਰੋਡਕਸ਼ਨ ਵਾਲੇ ਪਾਸੇ ਲੈ ਕੇ ਨਹੀਂ ਜਾਂਦਾ ਜਿੰਨਾਂ ਨੂੰ ਜਾਣਾ ਚਾਹੀਦਾ। ਇਹ ਜਿਹੜਾ ਤੁਸੀਂ ਦੇਖ ਰਹੇ ਹੋ ਮੇਨਲੀ ਕੀ ਹੁੰਦਾ, ਇੱਕ ਪਾਣੀ ਦੀ EC ਤੇ PH ਹੁੰਦੀ ਆ। ਸਾਡੇ ਨਹਿਰ ਕਰਕੇ ਇਹ ਬਹੁਤ ਹੀ ਦੁਨੀਆਦਾਰੀ 'ਚ ਪਾਣੀ ਹੈ, ਜਿਹਦੇ 'ਚ ਮੰਨ ਲਓ 0.5 ਦੀ EC ਹੈ ਤੇ 6.5 PH ਹੈ। ਉਸ ਤੋਂ ਉਪਰੰਤ ਜਿਹੜੀਆਂ ਸਾਡੀਆਂ ਵਾਟਰ ਸੋਲੂਬਲ ਖਾਦਾਂ ਹੁੰਦੀਆਂ ਨੇ ਉਹਨਾਂ ਦੀ ਵੀ EC ਤੇ PH ਹੁੰਦੀ ਹੈ। ਸਾਨੂੰ ਉਹਨਾਂ ਬਾਰੇ ਗਿਆਨ ਨਹੀਂ ਹੁੰਦਾ, ਉਹ ਪਹਿਲਾਂ ਹੀ 6.5, 5.5 ਜਾਂ 7.5 EC ਦੀਆਂ ਖਾਦਾਂ ਜਾਂ PH ਦੀਆਂ ਹੁੰਦੀਆਂ ਨੇ। ਜਦ ਅਸੀਂ ਪਾਣੀ 'ਚ ਘੋਲਦੇ ਹਾਂ ਉਹ ਹੋਰ ਵੱਧ ਜਾਂਦੀਆਂ ਨੇ। ਉਹਦੇ ਨਾਲ ਅਸੀਂ ਜਿਹੜੇ ਪਲਾਂਟ ਨੂੰ ਦੇਣੀ ਹੈ ਉਹ ਉਹਦੇ ਲੈਣ ਦੀ ਸਮਰੱਥਾ ਤੋਂ ਉੱਤੇ ਦੀ ਡੋਜ਼ ਬਣ ਜਾਂਦੀ ਆ। ਇਹਦੇ 'ਚ ਅਸੀਂ ਮੇਨਲੀ ਸਭ ਤੋਂ ਪਹਿਲਾਂ ਪਲਾਂਟ ਦੀ ਏਜ ਮੁਤਾਬਕ ਸਭ ਤੋਂ ਪਹਿਲਾਂ ਜੇ 1 ਏਕੜ ਨੂੰ ਕੁਛ ਦੇਣਾ, ਅਸੀਂ ਕੰਡਾ ਕਰਕੇ ਆ ਜਿਹੜਾ ਡਰਮ ਹੈ, ਡਰਮ ਦੇ ਵਿੱਚ ਅਸੀਂ ਛੋਟੇ ਡਰਮ ਦੇ ਵਿੱਚ ਇਹਦੇ ਵਿੱਚ ਪਾਉਂਦੇ ਹਾਂ। ਇਹਨੂੰ ਭਰ ਕੇ ਉਸ ਤੋਂ ਉਪਰੰਤ ਜਿਹੜਾ 5000 ਲੀਟਰ ਦਾ ਵੱਡਾ ਡਰਮ ਦੇਖਦੇ ਆਪਾਂ, ਇਹਦੇ ਵਿੱਚ ਅਸੀਂ ਅੱਧਾ ਪਹਿਲਾਂ ਪਾਣੀ ਨਾਲ ਭਰਿਆ ਹੁੰਦਾ। ਇਹ ਛੋਟੇ ਟੁੱਲੂ ਪੰਪ ਨਾਲ ਜਿੰਨੀ ਉਹਨੂੰ ਆਪਾਂ ਜਿੰਨੇ EC ਦਾ ਘੋਲ ਤਿਆਰ ਕਰਨਾ, ਇਹ ਖਾਦਾਂ ਵਾਲਾ ਘੋਲ ਅਸੀਂ ਵੱਡੇ ਟੈਂਕ ਦੇ ਵਿੱਚ ਪਾ ਦਿੰਦੇ ਹਾਂ। ਉਸ ਤੋਂ ਉਪਰੰਤ ਉਹਨੂੰ ਪਾਣੀ ਨਾਲ ਭਰ ਕੇ ਫਿਰ ਇਸ ਨੂੰ ਮਿਕਸ ਕਰਦੇ ਹਾਂ ਚੰਗੀ ਤਰ੍ਹਾਂ। ਆ ਜਿਹੜੀ ਥੱਲੇ ਮੋਟਰ ਪਈ ਹੈ ਵੱਡੀ, ਇਹਦੇ ਰਾਹੀਂ ਚਲਾ ਕੇ ਇਹਨੂੰ ਪੂਰਾ ਮਿਕਸਅਪ ਕਰਕੇ ਜਿਹੜੇ ਵੀ ਪੋਲੀ ਹਾਊਸ ਨੂੰ ਦੇਣਾ ਹੈ, ਜਿਹੜੇ ਉਹ ਗੇਟ ਵੱਲ ਲੱਗੇ ਹੈ, ਉਹ ਗੇਟ ਵੱਲ ਖੋਲ੍ਹ ਕੇ ਅਸੀਂ ਉਹਨੂੰ ਅੱਗੇ ਦੇ ਦੇਣਾ ਹੈ। ਸਾਨੂੰ 1 ਏਕੜ ਦੇ ਵਿੱਚ 10,000 ਪਲਾਂਟ ਹੁੰਦਾ। ਇੱਕ ਪਲਾਂਟ ਨੂੰ ਕਿੰਨੇ ਪਾਣੀ ਦੀ ਲੋੜ ਹੈ, ਅੱਜ ਕਿੰਨਾ ਟੈਂਪਰੇਚਰ ਹੈ, ਕਿੰਨੀ ਹਿਊਮਿਡਿਟੀ ਹੈ, ਉਹਦੇ ਅਕੋਰਡਿੰਗ ਜਿੰਨੀ ਵੀ ਸਾਨੂੰ ਉਹਦੀ ਰਿਕੁਆਇਰਮੈਂਟ ਹੁੰਦੀ ਹੈ ਉਹਦੇ ਮੁਤਾਬਕ ਅਸੀਂ ਉਹਨੂੰ ਇਕੱਲਾ ਪਾਣੀ ਨਹੀਂ ਦਿੰਦੇ, ਅਸੀਂ ਉਹਨੂੰ ਇੱਕ ਪੂਰਾ ਮਿਕਸਚਰ ਖਾਦਾਂ ਦਾ ਬਣਾ ਕੇ ਦਿੰਦੇ ਹਾਂ। ਉਹਦੇ ਨਾਲ ਜਿਹੜਾ ਪਲਾਂਟ ਕਦੇ ਵੀ ਹਾਰਮਫੁੱਲ ਨਹੀਂ ਹੁੰਦਾ। ਜਦੋਂ ਅਸੀਂ ਇਕੱਠੀਆਂ ਖਾਦਾਂ ਪਾ ਦਿੰਦੇ ਹਾਂ ਉਹ ਸਾਡੀਆਂ ਕੁਛ ਤਾਂ ਲੀਚ ਹੋ ਜਾਂਦੀਆਂ ਨੇ, ਕੁਝ ਹਵਾ 'ਚ ਵੈਪੋਰੇਟ ਹੋ ਜਾਂਦੀਆਂ ਨੇ। ਉਹ ਸਾਨੂੰ ਜਿੰਨੀ ਪਲਾਂਟ ਨੂੰ ਚਾਹੀਦੀ ਹੈ ਉਹ ਨਹੀਂ ਉਹਨੂੰ ਲੈ ਪਾਉਂਦਾ, ਜਿਹਦੇ ਸਾਡੇ ਖਰਚੇ ਵੱਧਦੇ ਆ। ਇਹ ਅਸੀਂ ਜਿਵੇਂ ਰੋਟੀ ਆਪਾਂ ਰੋਜ਼ ਬ੍ਰੇਕਫਾਸਟ ਕਰਦੇ ਹਾਂ, ਅਸੀਂ ਇੱਦਾਂ ਮਾਰਨਿੰਗ ਟਾਈਮ ਇਹਦੇ ਰਾਹੀਂ ਇਹਦਾ ਸਾਰੇ ਖੇਤ ਦਾ ਫਰਟੀਗੇਸ਼ਨ ਕਰਦੇ ਹਾਂ। ਉਦੋਂ ਬਾਅਦ ਦੇ ਵਿੱਚ ਸਾਰਾ ਦਿਨ ਦੀ ਜਿੰਨੀ ਉਹਨੂੰ ਪਾਣੀ ਦੀ ਲੋੜ ਹੈ ਅਸੀਂ ਉਹਨੂੰ ਓਨਾ ਸਮਾਨ ਦੇ ਦੇਣਾ। ਦੂਜੇ ਦਿਨ ਮਾਰਨਿੰਗ ਫੇਰ ਦੇਣਾ, ਫਿਰ ਉਹਦੀ ਏਜ ਮੁਤਾਬਕ ਉਹਦੇ ਜਿਹੜੇ ਗ੍ਰੇਡ ਨੇ ਉਹਨਾਂ ਨੂੰ ਚੇਂਜ ਕਰਦੇ ਰਹਿਣਾ। ਜਿਹੜੇ ਆਪਾਂ ਅੰਦਰ ਪੋਲੀ ਹਾਊਸ ਦੇ ਫੇਰ ਅੰਦਰ ਚੱਲਦੇ ਤੇ ਦੇਖਦੇ ਵੀ ਕਿੱਦਾਂ ਜਿਹੜਾ ਡ੍ਰਿਪ ਇਰੀਗੇਸ਼ਨ ਰਾਹੀਂ ਪਾਣੀ ਅੰਦਰ ਚੱਲਦਾ। ਚਲੀ ਤੇ ਇਸ ਵਕਤ ਮੈਂ ਪੋਲੀ ਹਾਊਸ ਦੇ ਅੰਦਰ ਖੜਾ, ਜਿੱਥੇ ਦੇਖ ਸਕਦੇ ਹੋ ਵੀ ਸ਼ਿਮਲਾ ਮਿਰਚ ਲੱਗੀ ਹੋਈ ਹੈ। ਤੇ ਜਿਵੇਂ ਆਪਾਂ ਸਰਦਾਰ ਸਾਹਿਬ ਨਾਲ ਗੱਲ ਕਰ ਰਹੇ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਡ੍ਰਿਪ ਇਰੀਗੇਸ਼ਨ ਹੈ ਉਹੀ ਕਾਮਯਾਬ ਹੈ, ਉਹੀ ਕਿਸਾਨੀ ਨੂੰ ਅੱਗੇ ਲੈ ਕੇ ਜਾ ਸਕਦੀ ਹੈ। ਕਿਉਂਕਿ ਪੰਜਾਬ 'ਚ ਪਹਿਲਾਂ ਹੀ ਪਾਣੀ ਘੱਟ ਹੈ ਤੇ ਆਪਾਂ ਪਾਣੀ ਲਾ ਕੇ ਜ਼ਮੀਨ 'ਚੋਂ ਪਾਣੀ ਜਿਹੜਾ ਸਾਰਾ ਬਾਹਰ ਕੱਢ ਲਿਆ। ਤੇ ਇਹ ਦੇਖੋ ਹੁਣ ਸ਼ਿਮਲਾ ਮਿਰਚ ਕਿੰਨੀ ਸੋਹਣੀ ਖੜੀ ਹੈ ਤੇ ਰੰਗ ਵੀ ਪੂਰਾ ਵਧੀਆ, ਤੇ ਇਹਦੇ ਨਾਲ ਥੱਲੇ 2 ਪਾਈਪ ਲੱਗੇ ਹੋਏ ਨੇ, ਜੋ ਕੋਈ ਬਾਹਲਾ ਪਾਣੀ ਨਹੀਂ ਖੜਾ, ਸਿਰਫ ਇੱਥੇ ਇੱਕ ਤਰੀਕੇ ਦੀ ਨਮੀ ਬਣੀ ਹੋਈ ਆ। ਸੋ ਇੱਕ ਸਲਾਬ ਬੂਟੇ ਨੂੰ ਕਿੰਨਾ ਕੁ ਪਾਣੀ ਚਾਹੀਦਾ, ਕਿੰਨੀ ਕੁ ਉਹਦੀ ਜ਼ਰੂਰਤ ਆ, ਉਹਦੇ ਅਨੁਸਾਰ ਉਨਾ ਕੁ ਪਾਣੀ ਇਹਨੂੰ ਮਿਲ ਜਾਂਦਾ ਘੰਟਿਆਂ ਬੱਧੀ, ਤੇ ਉਹਦੇ ਨਾਲ ਹੀ ਇਹਦਾ ਸਾਈਜ਼ ਜ਼ਿਆਦਾ ਵਧੀਆ ਬਣਦਾ। ਵੱਡੀ ਗੱਲ ਹੈ ਪਾਣੀ ਦੀ ਸਹੀ ਮਾਤਰਾ ਨਾਲ ਇੱਕ ਤਾਂ ਕੋਈ ਫੰਗਸ ਨਹੀਂ ਲੱਗਦੀ, ਕੋਈ ਬਿਮਾਰੀ ਨਹੀਂ ਬੂਟੇ ਨੂੰ ਪੈਂਦੀ, ਤੇ ਬਿਮਾਰੀਆਂ ਦਾ ਵੀ 80% ਤੱਕ ਬਚਾਅ ਹੁੰਦਾ, ਪਾਣੀ ਦਾ 90% ਤੱਕ ਬਚਾਅ ਹੋ ਜਾਂਦਾ। ਕਈ ਵਾਰ ਆਮ ਪੰਜਾਬ 'ਚ ਹੁੰਦਾ
ਵੀ ਜਦੋਂ ਪਾਣੀ ਲਾਉਣ ਲੱਗਦੇ ਆ ਕਿਆਰੇ ਨੂੰ ਪਾਣੀ ਲਾਇਆ ਹੁੰਦਾ, ਵਿੱਚ ਜਾ ਕੇ ਲਾਈਟ ਭੱਜ ਜਾਂਦੀ ਆ, ਉਹ ਅੱਧਾ ਕੁ ਕਿਆਰੇ ਨੂੰ ਲੱਗਦਾ, ਅੱਧਾ ਕੁ ਰਹਿ ਜਾਂਦਾ, ਦੁਬਾਰਾ ਤੋਂ ਫਿਰ ਆਪਾਂ ਨੂੰ ਭਰਨਾ ਪੈਂਦਾ। ਤੇ ਦਵਿੰਦਰ ਜੀ, ਸਾਰਾ ਤੁਸੀਂ ਇੱਥੇ ਡ੍ਰਿਪ ਇਰੀਗੇਸ਼ਨ ਨਾਲ ਹੀ ਖੇਤੀ ਅੱਜ ਕੱਲ੍ਹ ਜਿਵੇਂ ਕਹਿ ਦਈਏ ਕਾਮਯਾਬ ਆ। ਤੇ ਫਿਰ ਜੇ ਆਪਾਂ ਝਾੜ ਦੀ ਜ਼ਿਕਰ ਕਰੀਏ ਤਾਂ ਕਿੰਨਾ ਕੁ ਤੋਂ ਐਵਰੇਜ ਫਰਕ ਪੈ ਜਾਂਦਾ ਡ੍ਰਿਪ ਦੇ ਰਾਹੀਂ ਝਾੜ ਦਾ? ਕਰਨਵੀਰ ਜੀ, ਜਿਹੜਾ ਈਲਡ ਤੇ ਫਰਕ ਆਉਂਦਾ ਹੈ, ਇਹ ਵੱਡਾ ਰਿਜ਼ਲਟ ਹੈ। ਇਹ ਤਾਂ ਅੱਜ ਅਸੀਂ 30 ਤੋਂ 40% ਅਸੀਂ ਵੱਧ ਲੈ ਰਹੇ ਹਾਂ, ਲੇਕਿਨ ਇਹ ਡਬਲ ਵੀ ਹੋ ਸਕਦਾ ਜੇਕਰ ਸਾਨੂੰ ਇਹਦਾ ਫਰਟੀਗੇਸ਼ਨ ਦਾ ਹੋਰ ਵੀ ਟੈਕਨੀਕ ਸਾਨੂੰ ਜਿਹੜੀਆਂ ਕਿ ਅੱਗੇ ਸਿੱਖਣ ਦੀ ਲੋੜ ਆ। ਅਸੀਂ ਉਹਦੇ ਲਈ ਟਰਾਈ ਕਰ ਰਹੇ ਹਾਂ ਦਿਨ ਪਰ ਦਿਨ, ਜਿਹੜੀਆਂ ਨਵੀਂ ਟੈਕਨੀਕ ਨੇ ਉਹਨਾਂ ਨੂੰ ਆਪਣੇ ਅਪਲਾਈ ਕਰੀਏ, ਜਿਹਦੇ ਨਾਲ ਸਾਨੂੰ ਹੋਰ ਵੀ ਝਾੜ ਵੱਧ ਸਕੇ। ਤੇ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਪਾਈਪਾਂ 2 ਲਗਾਈਆਂ ਹੋਈਆਂ ਨੇ ਤੇ ਨਾਲ ਨਾਲ ਇੱਥੇ ਜਾਂਦੀਆਂ ਪਈਆਂ ਨੇ, ਤੇ ਇਹਦੇ ਵਿੱਚ ਡਿਸਟੈਂਸ ਕਿੰਨਾ ਕੁ ਰੱਖਣਾ ਪੈਂਦਾ ਵੀ ਜਿੱਥੋਂ ਪਾਣੀ ਦੀਆਂ ਬੂੰਦਾਂ ਵਗੈਰਾ ਨਿਕਲ ਸਕਣ, ਤੇ ਕਿੰਨਾ ਕੁ ਪਾਣੀ ਨਿਕਲ ਜਾਂਦਾ ਉਹਦੇ ਵਿੱਚੋਂ, ਕਿ ਜ਼ਿਆਦਾ ਤਾਂ ਨਹੀਂ? ਇਹਦੇ 'ਚ ਕਰਨਵੀਰ ਜੀ, ਜਿਹੜੀ ਇਹਦੀ ਡ੍ਰਿਪ ਲਾਈਨ ਹੈ, ਇਹਦੇ ਉੱਤੇ 30 ਸੈਂਟੀਮੀਟਰ ਦੇ ਡ੍ਰਿਪਰ ਹੈ, ਜਿਹਦਾ ਕਿ 2 LPH ਡਿਸਚਾਰਜ ਹੈ, 2 ਲੀਟਰ 1 ਘੰਟੇ ਦਾ ਇਹ ਪਾਣੀ ਥੱਲੇ ਛੱਡਦਾ। ਸਾਨੂੰ 13,000 ਇਹ ਸਮਥਿੰਗ ਡ੍ਰਿਪਰ ਹੁੰਦੇ ਆ 1 ਏਕੜ ਦੇ ਵਿੱਚ, ਤੇ ਉਹ ਉੱਥੋਂ ਸਾਨੂੰ ਆਈਡੀਆ ਲੱਗ ਜਾਂਦਾ ਵੀ ਅੱਧੇ ਘੰਟੇ ਦੇ ਵਿੱਚ ਸਾਨੂੰ ਕਿੰਨੇ ਪਾਣੀ ਸਾਡਾ ਇਹਦੇ 'ਚ ਚਲਾ ਗਿਆ। ਖੁੱਲ੍ਹਾ ਪਾਣੀ ਤਾਂ ਅਸੀਂ ਕਈ ਵਾਰ ਗਿਣਤੀ ਨਹੀਂ ਕਰਦੇ, ਕਈ ਵਾਰ 2-3 ਗੁਣਾ ਵੀ ਚਲਾ ਜਾਂਦਾ, ਕਈ ਵਾਰੀ ਅਸੀਂ ਘੱਟ ਵੀ ਲਾ ਦਿੰਦੇ ਹਾਂ। ਜੇਕਰ ਇਹਦੇ ਵਿੱਚ ਪਾਣੀ ਤੁਸੀਂ ਘਟਾਉਣਾ ਵੀ ਹੈ ਤਾਂ ਤੁਸੀਂ ਇਹ ਨਹੀਂ ਵੀ ਇੱਕ ਵਾਰ ਲਾਇਆ ਹੋਇਆ ਨਾਲ ਦੀ ਨਾਲ ਘਟਾ ਦਿਓ, ਤੁਹਾਨੂੰ ਹੌਲੀ ਕਰਕੇ ਘਟਾਉਣਾ ਪਊਗਾ। ਜੇ ਤੁਸੀਂ ਵਧਾਉਣਾ ਵੀ ਹੈ ਬੂਟੇ ਨੂੰ, ਹੌਲੀ ਕਰਕੇ ਵਧਾਉਣਾ। ਜਦੋਂ ਤੁਸੀਂ ਇਕੱਠਾ ਦਿੰਦੇ ਹੋ ਕਰੈਕਿੰਗ ਦੇ ਦੇਗਾ, ਜਾਂ ਉਹਨੂੰ ਇਹਦੇ ਕੁਛ ਨਾ ਕੁਛ ਇਫੈਕਟ ਹੋਣਗੇ। ਇਹਨੂੰ ਇਹ ਨਹੀਂ ਕਦੇ ਵੀ ਲਾਈਫ ਦੇ ਵਿੱਚ ਇਹ ਸੋਚਣਾ ਵੀ ਇਹ ਬੂਟਾ ਹੈ, ਇਹਨੂੰ ਇਹ ਜਿੱਦਾਂ ਸਾਡੀ ਬਾਡੀ ਹੈ ਉੱਦਾਂ ਹੀ ਸੇਮ ਇਹ ਵਰਕ ਕਰਦਾ। ਜਿਵੇਂ ਸਾਨੂੰ ਬਿਮਾਰੀਆਂ ਆਉਂਦੀਆਂ ਨੇ ਨੇਚਰ 'ਚੋਂ, ਜਾਂ ਮੰਨ ਲਓ ਵੈਦਰ ਚੇਂਜ ਹੁੰਦਾ, ਸਾਨੂੰ ਵੀ ਪ੍ਰੋਬਲਮਸ ਆਉਂਦੀਆਂ, ਇਹਦੇ ਬੂਟੇ ਨੂੰ ਆਉਂਦੀਆਂ ਨੇ। ਉਹਦੇ ਵਿੱਚ ਪ੍ਰੀਵੈਂਟਿਵ ਦੇ ਵਿੱਚ ਕੀ ਕਰਨਾ ਹੁੰਦਾ, ਕਿਊਰੇਟਿਵ ਤਾਂ ਚਲੋ ਹੱਲ ਹੈ ਸਾਰਾ, ਲੇਕਿਨ ਪ੍ਰੀਵੈਂਟ ਵੀ ਆਉਣ ਹੀ ਨਾ, ਉਹ ਨੁਕਸਾਨ ਨਾ ਕਰਨ। ਉਹਦੇ ਲਈ ਸਾਨੂੰ ਕਿਹੜੇ ਮੋਲੀਕਿਊਲ ਨੇ, ਕਿੰਨੀ ਮਾਤਰਾ ਦੇ ਵਿੱਚ ਦੇਣੇ ਆ, ਉਹ ਸਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ। ਤੇ ਇਹ ਜਿਹੜੀ ਫਿਰ ਤੁਸੀਂ ਪਾਈਪ ਵਰਤਦੇ ਹੋ, ਪੂਰਾ ਇਹ ਵੀ ਦੇਖਣਾ ਪੈਂਦਾ ਵੀ ਸ਼ੁਰੂ ਤੋਂ ਲੈ ਕੇ ਜਿੱਥੋਂ ਸ਼ੁਰੂ ਹੁੰਦਾ ਪਾਈਪ ਤੇ ਐਂਡ ਤੱਕ ਪ੍ਰੈਸ਼ਰ ਸਹੀ ਜਾਵੇ। ਤੇ ਇਹਦਾ ਫਿਰ ਜਿਹੜੀ ਪਾਈਪ ਤੁਸੀਂ ਵਰਤੀ ਹੈ, ਇਹ ਕਿਹੜੀ ਕੁਆਲਿਟੀ ਦੀ ਹੈ? ਇਹਦੇ 'ਚ ਇੱਕ ਨਾਰਮਲੀ ਪਾਈਪ ਹੁੰਦੀ ਹੈ ਵੀ ਉਹਦੇ 'ਚ ਪਾਣੀ ਵਿੱਚ ਵੜ ਗਿਆ, ਨਾਲ ਦੀ ਨਾਲੇ ਡ੍ਰਿਪਰ ਦੇ ਰਾਹੀਂ ਜਾਣ ਲੱਗ ਗਿਆ। ਇੱਕ ਇਹਦੀ ਸਪੈਸ਼ਲ ਕੁਆਲਿਟੀ ਹੈ ਵੀ ਪਹਿਲਾਂ ਇਹ ਸਾਰੀ ਪਾਈਪ ਦੇ ਵਿੱਚ ਪਾਣੀ ਭਰੂਗਾ, ਫਿਰ ਅੱਧਾ ਕਿਲੋ ਦਾ ਪ੍ਰੈਸ਼ਰ ਬਣੂਗਾ, ਫਿਰ ਉਹ ਡ੍ਰਿਪਿੰਗ ਕਰੂਗਾ। ਹੁਣ ਤੁਸੀਂ ਦੇਖ ਰਹੇ ਹੋ ਵੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬੂਟਿਆਂ ਦਾ ਉੱਪਰ ਵਾਲਾ ਸਾਈਜ਼ ਸੇਮ ਆ। ਜੇਕਰ ਅਸੀਂ ਦੂਜੀਆਂ ਪਾਈਪਾਂ ਪਾਉਂਦੇ ਹਾਂ ਜਿਹ 'ਚ ਪਾਣੀ ਵੜਿਆ, ਜਦੇ ਡ੍ਰਿਪ ਕਰਨ ਲੱਗ ਗਿਆ, ਫਿਰ ਉਹ ਪਾਸਾ ਹਾਈਟ 'ਚ ਹੋਊਗਾ, ਜਿੱਥੇ ਜਾ ਕੇ ਲਾਸਟ ਆ ਉਹ ਨੀਵਾਂ ਹੋਊਗਾ। ਮੈਂ ਜਿਹੜੀ ਪਹਿਲਾਂ ਗੱਲ ਕਰੀ ਸੀ ਵੀ ਵਾਟਰ ਮੈਨੇਜਮੈਂਟ ਇੱਕ ਬਹੁਤ ਵੱਡਾ ਪਹਿਲੂ ਆ। ਤੁਸੀਂ ਹਰ ਬੂਟੇ ਦੇ ਜੜ ਤੱਕ ਕਿਵੇਂ ਪਹੁੰਚਣਾ, ਉਹਨੂੰ ਉਹਦੀ ਰਿਕੁਆਇਰਮੈਂਟ ਕਿਵੇਂ ਪੂਰੀ ਕਰਨੀ ਹੈ। ਬਾਕੀ ਰਹੀ ਪ੍ਰੈਸ਼ਰ ਦੀ ਗੱਲ, ਉੱਥੇ ਫਾਰਮ 'ਤੇ ਪ੍ਰੈਸ਼ਰ ਗੇਜ ਲੱਗੀਆਂ ਹੁੰਦੀਆਂ ਨੇ, ਸਾਨੂੰ ਪਤਾ ਵੀ ਅਸੀਂ ਇਹਨੂੰ 1 ਜਾਂ 1.5 kg ਪ੍ਰੈਸ਼ਰ ਦੇ ਉੱਤੇ ਇਹਨੂੰ ਦੇਣਾ, ਕਿਉਂਕਿ ਪਾਣੀ ਬਹੁਤ ਜ਼ਿਆਦਾ ਹੋਈ ਹੈ ਵੀ ਜੇ ਪਹਿਲੇ ਬੂਟੇ ਨੂੰ ਪਾਣੀ ਵੱਧ ਲੱਗ ਗਿਆ ਤਾਂ ਅਖੀਰ ਤੱਕ ਜਾਂਦੇ ਬੂਟੇ ਦੇ ਝਾੜ ਦਾ ਵੀ ਫਰਕ ਪੈ ਜਾਣਾ ਤੇ ਸਾਈਜ਼ ਦਾ ਵੀ ਫਰਕ ਪੈ ਜਾਣਾ। ਤੇ ਇਹ ਜਿਹੜੀਆਂ ਸ਼ਿਮਲਾ ਮਿਰਚਾਂ ਨੇ ਤੁਸੀਂ ਹੁਣ ਬੰਨੀਆਂ ਹੋਏ ਨੇ ਬਕਾਇਦਾ ਸਾਰੀਆਂ, ਤੇ ਇਹ ਵੀ ਦੀ ਕਿੰਨੀ ਕੁ ਜ਼ਰੂਰਤ ਹੁੰਦੀ ਹੈ? ਕਿਉਂਕਿ ਪੋਲੀ ਹਾਊਸ ਦੇ ਵਿੱਚ ਇਹ ਆਮ ਟੈਕਨੀਕ ਹੈ ਕਿ ਇਹਨਾਂ ਨੂੰ ਸਪੋਰਟ ਦਿੱਤੇ ਬਿਨਾਂ ਇਹ ਕਾਮਯਾਬ ਹੀ ਨਹੀਂ ਹੈਗਾ, ਬੂਟੇ ਦੇ ਥੱਲੇ ਡਿੱਗ ਜਾਣਾ। ਤੇ ਇਹ ਵੀ ਕਿੰਨੀ ਕੁ ਜ਼ਰੂਰਤ ਹੈ ਤੇ ਇਹਦੇ ਨਾਲ ਕਿੰਨਾ ਕੁ ਬੂਟੇ ਉੱਤੇ ਅਸਰ ਪੈਂਦਾ? ਕਰਨਵੀਰ ਜੀ, ਜਦੋਂ ਹੁਣ ਇਹਦੇ 'ਤੇ ਮੰਨ ਲਓ ਅੱਜ ਜੇ ਆਪਾਂ ਦੇਖੀਏ 1.5 ਤੋਂ 2 ਕਿਲੋ ਇਹ 'ਤੇ ਫਰੂਟ ਹੁਣ ਵੀ ਆ। ਜਿਹੜੀ ਟਾਹਣੀ 'ਤੇ ਉੱਪਰ ਫਰੂਟ ਲੱਗ ਗਿਆ, ਉਹਨੂੰ ਟਾਹਣੀ ਨੇ ਨੀਚੇ ਡਿੱਗ ਕੇ ਟੁੱਟ ਜਾਣਾ। ਉਸ ਤੋਂ ਉਪਰੰਤ ਅੱਜ ਤੁਸੀਂ ਜਿਹੜਾ ਸਾਈਜ਼ ਦੇਖ ਰਹੇ ਹੋ, ਜੇ ਤੁਸੀਂ ਹੁਣ ਤੇ 1.5 ਮਹੀਨੇ ਤੱਕ 40-45 ਦਿਨ ਤੱਕ ਆਓਗੇ, 6-7 ਫੁੱਟ ਉੱਚਾ ਸਾਈਜ਼ ਹੋ ਜਾਂਦਾ ਇਹਦਾ। ਹੁਣ ਇਹਨੇ ਇੱਕਦਮ ਬੂਸਟ ਕਰਨਾ। ਹੁਣ ਸਾਡਾ ਟੈਂਪਰੇਚਰ ਰਾਤ ਦਾ 20 ਡਿਗਰੀ, ਦਿਨ ਦਾ 30 ਡਿਗਰੀ। ਜਿੱਦਣ ਉਹ ਟੈਂਪਰੇਚਰ ਹੋ ਗਿਆ ਨੇ, ਡੇਲੀ 2-3 ਇੰਚ ਵਧਣਾ ਸ਼ੁਰੂ ਕਰਨਾ। ਅਸਲ ਦੇ ਵਿੱਚ ਤਾਂ ਹੁਣ ਇਹ ਪੂਰੇ ਠੰਡ 'ਚੋਂ ਨਿਕਲ ਕੇ ਆਏ ਹੋਏ ਨੇ ਬੂਟੇ। ਜੇ ਇਹਨਾਂ ਦੀ ਜਿਹੜੀ ਸ਼ਕਲ ਹੈ, ਇਹ ਪੂਰੀ ਠੰਡ ਇਹਨਾਂ ਦੇ ਦਿਖ ਰਹੀ ਹੈ ਫੇਸ 'ਤੇ ਵੀ ਅਸੀਂ ਠੰਡ 'ਚੋਂ ਆਏ ਹੋਏ ਹਾਂ। ਲੇਕਿਨ ਜਿਹੜੀ ਗਰੀਨਰੀ ਹੈ, ਹੁਣ ਜਿਵੇਂ ਟੈਂਪਰੇਚਰ ਆ ਗਿਆ, ਇਹਦੇ ਨਾਲ ਇਹਨੇ ਪੂਰਾ ਉੱਪਰ ਨਵੀਆਂ ਟਾਹਣੀਆਂ ਫੁੱਟਣੀਆਂ, ਨਵਾਂ ਫਰੂਟ ਸੈਟਿੰਗ ਹੋਣਾ। ਉਹਦੇ ਨਾਲ ਇਹਨਾਂ ਨੇ 7 ਫੁੱਟ ਤੱਕ ਜਾਣਾ ਹੁੰਦਾ। 7 ਫੁੱਟ ਤੱਕ ਜੇ ਅਸੀਂ ਨਹੀਂ ਬੰਨਾਂਗੇ, ਅਸੀਂ ਵਿੱਚ ਵੜਨ ਨੂੰ ਵੀ ਜਗ੍ਹਾ ਨਹੀਂ ਰਹੂਗੀ। ਫਿਰ ਅਸੀਂ ਇਹਨਾਂ ਨੂੰ ਨਾਲ ਦੀ ਨਾਲ ਟਾਹਣੀਆਂ ਨਾਲ ਘੁਮਾ ਕੇ ਉੱਪਰ ਲੈ ਕੇ ਜਾਣਾ ਹੁੰਦਾ, ਤਾਂ ਜੋ ਸਾਡਾ ਫਰੂਟ ਹੈ ਉਹ ਵੀ ਉਹਨੂੰ ਬਾਹਰ ਦਿਖਦਾ ਰਹੇ, ਅਤੇ ਨੰਬਰ 2 ਉਹਨੂੰ ਵੈਂਟੀਲੇਸ਼ਨ, ਉਹਨੂੰ ਧੁੱਪ ਵੀ ਲੱਗੇ, ਉਹਨੂੰ ਹਵਾ ਵੀ ਲੱਗੇ, ਜਿਹੜੀ ਕਿ ਜ਼ਰੂਰੀ ਹੁੰਦੀ ਹੈ ਇਹਨੂੰ। ਵੀ ਇਹ ਪੂਰਾ ਇੱਕ ਸਿਸਟੇਮੈਟਿਕ ਢੰਗ ਨਾਲ ਇਹਨਾਂ ਨੂੰ ਬੰਨਣਾ ਪੈਂਦਾ। ਸਫਲਤਾ। ਤੇ ਜੇ ਆਪਾਂ ਗੱਲ ਕਰੀਏ ਵੀ ਤੁਹਾਡਾ ਜਿਹੜਾ ਪੂਰਾ ਕੰਮਕਾਰ ਹੈ, ਬਿਜ਼ਨਸ ਹੈ, ਇਹ ਸਾਰਾ ਪੋਲੀ ਹਾਊਸ ਦੇ ਨਿਰਭਰ ਕਰਦਾ ਹੈ, ਕਿਉਂਕਿ ਉਹਨੇ ਹੀ ਟੈਂਪਰੇਚਰ ਮੇਨਟੇਨ ਕਰਨਾ ਹੈ। ਤੇ ਜੇਕਰ ਪੋਲੀ ਹਾਊਸ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨਾਂ 'ਚ ਆਮ ਸ਼ਿਕਾਇਤ ਹੈ ਕਿ ਜੀ ਹਨੇਰੀਆਂ ਨਾਲ ਟੁੱਟ ਜਾਂਦੇ ਨੇ, ਜਾਂ ਵਧੀਆ ਕੁਆਲਿਟੀ ਨਹੀਂ ਹੈ, ਕਾਫੀ ਜ਼ਿਆਦਾ ਨੁਕਸਾਨ ਵੀ ਝੱਲਣਾ ਪੈਂਦਾ, ਤੋਂ ਮਹਿੰਗਾ ਖਰਚਾ ਬਹੁਤ, ਤਾਂ ਭੱਜਦੇ ਨੇ।
ਪੌਲੀ ਹਾਊਸ ਵਾਲੇ ਪਾਸੇ ਤੋਂ। ਪਰ ਇਹਨੂੰ ਜੇ ਤੁਸੀਂ ਹੁਣ ਸਾਰਾ 5.5 ਏਕੜ ਦੇ ਵਿੱਚ ਇਹਨੂੰ ਮੇਨਟੇਨ ਕਰਨ ਦੇ ਲਈ, ਇਹਨੂੰ ਬਣਾਉਣ ਦੇ ਲਈ ਕਿਹੜੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ? ਕਰਨਵੀਰ ਜੀ, ਕਿਸਾਨ ਬਹੁਤ ਸਾਡੇ ਕੋਲ ਵੀ ਆਉਂਦੇ ਆ, ਬਹੁਤ ਬੰਦਿਆਂ ਨੇ ਲਾਇਆ ਵੀ ਹੈ। ਉਹਨਾਂ ਦੇ ਮਨ 'ਚ ਇੱਕ ਗੱਲ ਰਹਿੰਦੀ ਹੈ ਵੀ ਪਤਾ ਨਹੀਂ ਸਾਨੂੰ ਸਹੀ ਤਰੀਕੇ ਨਾਲ ਦੱਸਿਆ ਨਹੀਂ ਜਾਂਦਾ। ਸਭ ਤੋਂ ਪਹਿਲਾ ਕੰਮ ਤਾਂ ਜੇ ਪੌਲੀ ਹਾਊਸ ਲਾਉਣਾ, ਇਹਦੇ 'ਚ ਤੁਹਾਨੂੰ ਬਹਿਣਾ ਪੈਣਾ, ਤੁਹਾਨੂੰ ਡਿਊਟੀ ਦੇਣੀ ਪੈਣੀ ਹੈ। ਜਿਵੇਂ ਤੁਸੀਂ ਬਾਹਰ ਗੱਲ ਕਰਦੇ ਹੋ 8-10 ਘੰਟੇ, ਤੁਹਾਨੂੰ ਇੱਥੇ ਵੀ ਰਹਿਣਾ ਪਊਗਾ। ਨੰਬਰ 2 ਇਹਦੀਆਂ ਡਾਇਰੈਕਸ਼ਨ ਹੈ ਵੀ ਤੁਸੀਂ ਕਿਹੜੀ ਡਾਇਰੈਕਸ਼ਨ 'ਚ ਲਾਉਣਾ ਹੈ, ਉਹ ਬਹੁਤ ਮਹੱਤਵਪੂਰਨ ਗੱਲ ਆ। ਉਹ ਤੋਂ ਬਾਅਦ ਦੇ ਵਿੱਚ ਇਹਦੀ ਬੈੱਡ ਮੈਨੇਜਮੈਂਟ ਹੈ ਵੀ ਬੈੱਡ ਕਿਵੇਂ ਬਣਨੇ ਆ, ਬੂਟਿਆਂ ਦੀ ਸਪੇਸਿੰਗ ਕਿੰਨੀ ਹੋਣੀ ਚਾਹੀਦੀ ਹੈ। ਇਹ 'ਚ ਇੱਕ ਪਹਿਲੂ ਵਿਚਾਰਨੇ ਵਾਲਾ। ਫਿਰ ਜੇਕਰ ਤੁਸੀਂ ਇਹਦੇ ਵਿੱਚ ਕਿਤੇ ਵੀ 100 ਰੁਪਈਆ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਉਹ 1000 ਰੁਪਏ ਦਾ ਨੁਕਸਾਨ ਕਰਾਂ ਵੀ। ਇਹਦੇ ਲਈ ਤੁਹਾਨੂੰ ਇੱਕ ਪੂਰੀ ਇਹਦੀ ਪੈਕੇਜ ਪ੍ਰੈਕਟਿਸ ਆ। ਜੇ ਇੱਕ ਚੀਜ਼ ਵੀ ਮਾਈਨਸ ਹੁੰਦੀ ਹੈ ਤਾਂ ਸਾਰੀਆਂ ਚੀਜ਼ਾਂ ਨੂੰ ਜ਼ੀਰੋ ਕਰ ਦਿੰਦੀ ਆ ਉਹ। ਇਹਦੇ ਲਈ ਪਹਿਲਾਂ ਸਾਨੂੰ ਲਾਉਣ ਤੋਂ ਪਹਿਲਾਂ ਸਾਨੂੰ ਪ੍ਰਿਪੇਅਰ ਹੋਣਾ ਚਾਹੀਦਾ ਕਿ ਇਹ ਮੈਂ ਕਰ ਵੀ ਲਊਂਗਾ, ਮੈਂ ਇੰਨਾ ਟਾਈਮ ਇਹਨੂੰ ਦੇ ਸਕਦਾ, ਕੀ ਮੇਰੇ ਕੋਲ ਇੰਨੀ ਇਨਵੈਸਟਮੈਂਟ ਹੋਗੀ। ਪੌਲੀ ਹਾਊਸ ਲੱਗ ਗਿਆ, ਲੱਗਣ ਤੋਂ ਬਾਅਦ 4 ਲੱਖ ਰੁਪਈਆ ਇਹਦੇ ਪ੍ਰੋਡਕਸ਼ਨ ਕੋਸਟ ਲਈ 5 ਲੱਖ ਚਾਹੀਦਾ। ਮੇਰੇ ਕੋਲ ਉਹ ਨਹੀਂ ਹੁੰਦਾ। ਕਈ ਵਾਰ ਇੱਕ ਬਿਮਾਰੀ ਆਈ ਹੈ, ਮੇਰੇ ਕੋਲ ਸਪਰੇਅ ਨੂੰ ਪੈਸੇ ਮੈਂ ਘੋਲ ਕਰ ਜਾਂਦਾ। ਮੇਰਾ ਸਾਰਾ ਇੰਨਾ ਵੱਡਾ ਪ੍ਰੋਜੈਕਟ ਲੱਗਿਆ ਹੋਇਆ ਨੁਕਸਾਨ ਵਾਲੇ ਪਾਸੇ ਆ ਜਾਂਦਾ। ਇਹਦੇ ਲਈ ਮੈਂ ਜ਼ਰੂਰ ਬੇਨਤੀ ਕਰੂੰਗਾ ਕਿਸਾਨਾਂ ਨੂੰ ਵੀ ਅਸੀਂ ਵੀ 10-12 ਸਾਲ ਦੇ ਇਹਦੇ ਵਿੱਚ ਆ। ਇਹ ਨਹੀਂ ਵੀ ਅਸੀਂ ਬਹੁਤ ਕੁਝ ਸਿੱਖ ਲਿਆ, ਅਜੇ ਵੀ ਇਹ 'ਚ ਸਿੱਖ ਰਹੇ ਹਾਂ ਦਿਨ ਪਰ ਦਿਨ। ਪਰ ਹੁਣ ਪਹਿਲਾਂ ਜਿਵੇਂ ਘਾਟੇ ਦਾ ਚਾਂਸ ਜਾਂ ਕੋਈ ਹੋਰ ਡਰ, ਉਹ ਹੁਣ ਭੈ ਮੁਕਤ ਕੰਮ ਆ ਵੀ। ਹਨੇਰੀਆਂ ਵੀ ਆਉਂਦੀਆਂ ਨੇ, ਲੇਬਰ ਹੀ ਸਿੱਖ ਗਈ ਸ਼ੀਟਾਂ ਬਦਲਣੀਆਂ। ਅੱਗੇ ਬੰਦੇ ਨੂੰ ਸੱਦਦੇ ਸੀ, ਹੁਣ ਸਾਡੇ ਬੰਦੇ ਅਸੀਂ ਐਕਸਪਰਟ ਕਰ ਲਏ। ਜੇਕਰ ਕੋਈ ਪ੍ਰੋਬਲਮ ਆਉਂਦੀ ਆ ਆਪੇ ਮੇਨਟੇਨੈਂਸ ਕਰ ਲੈਂਦੇ ਨੇ ਵੀ। ਇਹ ਚੀਜ਼ਾਂ ਤੁਹਾਨੂੰ ਖੁਦ ਸਿੱਖਣੀਆਂ ਪੈਣੀਆਂ ਜੇ ਇਸ ਫੀਲਡ 'ਚ ਆਉਣਾ। ਜੇਕਰ ਤੁਹਾਡਾ ਇੰਨਾ ਪਕੜ ਨਹੀਂ, ਇੰਨਾ ਟਾਈਮ ਨਹੀਂ, ਫਿਰ ਤੁਹਾਨੂੰ ਇਹ ਪਾਸੇ ਆਉਣਾ ਨਹੀਂ ਚਾਹੀਦਾ। ਤੁਹਾਨੂੰ ਘਾਟੇ ਵਾਲਾ ਕੰਮ ਆ। ਤੇ ਵੀ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ। ਤਕਰੀਬਨ ਤੁਹਾਡਾ 30 ਸਾਲ ਦਾ ਤਜਰਬਾ ਤੇ ਅਸੀਂ ਇਹਨੂੰ 30 ਮਿੰਟ ਦੇ ਵਿੱਚ ਨਹੀਂ ਰੱਖ ਸਕਦੇ। ਤਾਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਿੰਨੀ ਆਪਾਂ ਜਾਣਕਾਰੀ ਸਾਂਝੀ ਕੀਤੀ। ਤੇ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਕਰਨਵੀਰ। ਤੇ ਇਸ ਨਾਲ ਸਾਡੇ ਨਾਲ ਦਵਿੰਦਰ ਜੀ, ਉਹ ਤਕਰੀਬਨ ਪਿਛਲੇ 30 ਸਾਲਾਂ ਤੋਂ ਖੇਤੀ ਨਾਲ ਜੁੜੇ ਹੋਏ ਨੇ। ਕਾਫੀ ਲੰਮਾ ਅਰਸਾ ਇਹਨਾਂ ਦਾ ਪੌਲੀ ਹਾਊਸ ਦਾ ਤਜਰਬਾ ਵੀ ਹੈ। ਉਸ ਤੋਂ ਬਿਨਾਂ ਖੇਤੀ ਦੀ ਜਿਹੜੀਆਂ ਗੱਲਾਂ ਬਾਤਾਂ ਨੇ ਕਿ ਕਿਵੇਂ ਅੱਜ ਦੇ ਕਿਸਾਨ ਨੂੰ ਖੇਤੀ 'ਤੇ ਜਿਹੜਾ ਨਿਰਭਰ ਆ ਉਹਨੂੰ ਕਾਮਯਾਬ ਬਣਾਇਆ ਜਾ ਸਕਦਾ। ਸੋ ਅੱਜ ਦੇ ਐਪੀਸੋਡ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਜਿਹੜਾ ਕੈਪਸੀਕਨ ਆ ਉਹਦੇ ਬਾਰੇ ਗੱਲ ਕੀਤੀ, ਪੌਲੀ ਹਾਊਸ ਨੂੰ ਕਿੱਦਾਂ ਮੇਨਟੇਨ ਕਰਨਾ ਉਹਦੇ ਬਾਰੇ ਗੱਲ ਕੀਤੀ। ਫਿਲਹਾਲ ਗੱਲਾਂ ਬਹੁਤ ਸੀ, ਅਤੇ ਇਸ ਲਈ ਅਸੀਂ ਇਹਨੂੰ ਇੱਕ ਹੋਰ ਐਪੀਸੋਡ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਵਾਂਗੇ ਕਿ ਕਿਵੇਂ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਤਾਂ ਕਰ ਰਿਹਾ, ਪਰ ਉਹਨੂੰ ਦੀ ਵਰਤੋਂ ਕਰਨ ਦਾ ਪਤਾ ਨਹੀਂ। ਸੋ ਜ਼ਿਆਦਾ ਨੁਕਸਾਨ ਹੋਣ ਜਾ ਰਿਹਾ। ਸੋ ਇਹਨਾਂ ਕੋਲੋਂ ਇਹਨਾਂ ਦੇ ਤਜਰਬੇ ਰਾਹੀਂ ਸਾਂਝ ਪਾਵਾਂਗੇ ਕਿ ਕੀਟਨਾਸ਼ਕ ਜੇ ਵਰਤਣੇ ਵੀ ਆ ਤਾਂ ਉਹਨੂੰ ਕਿਵੇਂ ਵਰਤਣਾ। ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੀ ਸਰਕਾਰ ਉਹ ਮੰਡੀਕਾਰਨ ਨੂੰ ਕਿੱਧਰ ਲੈ ਕੇ ਜਾ ਰਹੀ ਹੈ। ਸੋ ਕਾਫੀ ਜ਼ਿਆਦਾ ਜ਼ਰੂਰੀ ਗੱਲਾਂ ਨਾਲ ਸਾਂਝੀਆਂ ਕਰਾਂਗੇ। ਤੇ ਦੂਜਾ ਐਪੀਸੋਡ ਇਸ ਤੋਂ ਅਗਲਾ ਜ਼ਰੂਰ ਦੇਖਿਓ। ਤੇ ਇਸ ਵਿੱਚ ਜੇ ਤੁਹਾਨੂੰ ਗੱਲਬਾਤ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਵੀ ਸਬਸਕ੍ਰਾਈਬ ਕਰਿਓ। ਉਮੀਦ ਕਰਦੇ ਹਾਂ ਕਿ ਬਹੁਤ ਜੇ ਜਾਣਕਾਰੀ ਹੈ ਤੁਹਾਡੇ ਲਾਹੇਵੰਦ ਸਿੱਧ ਹੋਵੇਗੀ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ, ਨਵੇਂ ਐਪੀਸੋਡ ਦੇ ਵਿੱਚ ਫਿਰ ਤੋਂ ਮਿਲਾਂਗੇ। ਜਦ ਤੱਕ ਮੈਨੂੰ ਦੇ ਇਜਾਜ਼ਤ, ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ। ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।